ਵਿਰਸਾ ਸਿੱਖ ਵਿਰਸਾ ਜਾਨ ਹੈ ਸਾਡੀ, ਇਸ ਨੂੰ ਸਾਰੇ ਪਿਆਰ ਕਰੋ। ਗੁਰੂਆਂ ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहु ना जाने मेरा। आदि गुरु नमः जुगाद गुरु नमः ओ सतगुरु नमः श्री गुरुदेव नमः। FM ਤੇ ਆਪ ਜੀ ਸਰਵਣ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਪ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 24 ਜੇਠ ਸੰਮਤ 553 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 6 ਜੂਨ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੇ ਸਾਡੇ ਵੱਲੋਂ 6 ਜੂਨ ਦੇ ਸ਼ਹੀਦਾਂ ਨੂੰ ਪ੍ਰਣਾਮ। ਅੱਜ ਦਾ ਉਹ ਦਿਹਾੜਾ ਜਿੱਥੇ ਬੇਅੰਤ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਸ੍ਰੀ ਦਰਬਾਰ ਸਾਹਿਬ ਵਿਖੇ। ਆਓ ਚੱਲਦੇ ਹਾਂ ਉੱਥੇ ਆਪਣੀ ਹਾਜ਼ਰੀ ਲਗਵਾਉਂਦੇ ਹਾਂ।
रंग लागो इस जुग में सो कहियत है सूरा। आत्म जीणे सगल वसता के जाका सतगुर पूरा। ठाकुर गाये आत्म रंग ठाकुर गाये आत्म रंग। सरनी पवन नाम ते आवन सहज समावन संग। ठाकुर गाये आत्म रंग ठाकुर गाये आत्म रंग। जन के चरण वस है मेरे हियरे। जन के चरण बस है मेरे। हाँ हियरे मेरे हियरे। जन के चरण बस है मेरे हियरे। संग पुनीता दे जन की तूर देहो कृपा निध। नानक के सुख ठाकुर गाये आत्म रंग ठाकुर गाये आत्म रंग। सरनी पावन नाम ते आवन सहज समावन संग। ठाकुर गाये आत्म रंग ठाकुर गाये ठाकुर गाये ठाकुर गाये आत्म रंग। छाड़ रे मन बारा छाड़ रे मन बारा डगमग छाड़ रे। छाड़ रे मन बारा डगमग छाड़ रे मन बारा। छाड़ रे मन बारा छाड़ रे मन बारा डगमग छाड़ रे। छाड़ रे मन बारा छाड़ रे मन बारा। अब तो जरे मरे सिद्ध पाए। अब तो जरे मरे सिद्ध पाए। तीनों हाथ संधारा छाड़ रे मन बारा। छाड़ रे मन बारा छाड़ रे मन बारा डगमग छाड़
ਛਾੜ ਰੇ ਛਾੜ ਰੇ ਮਨ ਬੋਰਾ ਛਾੜ ਰੇ ਮਨ ਬੋਰਾ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾਚੋ ਪਿਆ ਮਾਇਆ ਕੇ ਡਾਂਡੇ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾਚੋ या माया के डांडे सूर के सन्मुख रनते डर पे सती के साचे पांडे सती के साचे पांडे अब तो जरे मरे सिद्ध पाए अब तो जरे मरे सिद्ध पाए तीनों हाथ संदोरा छाड़ रे मन बोरा छाड़ रे मन बोरा छाड़ रे मन बोरा डगमग छाड़ रे छाड़ रे मन बोरा छाड़ रे मन बोरा काम क्रोध माया के लीने व्यापित जगत बेगूता काम क्रोध माया के लीने व्यापित जगत बेगूता कह कबीर राजा राम ना छोड़ो सगल ऊंच ते ऊंचा सगल ऊंच ते ऊंचा अब तो जरे मरे सिद्ध पाए अब तो जरे मरे सिद्ध पाए तीनों हाथ संदोरा छाड़ रे मन बोरा छाड़ रे मन बोरा छाड़ रे मन बोरा डगमग छाड़ रे छाड़ रे मन बोरा छाड़ रे मन बोरा छाड़ रे मन बोरा ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ
ਤੇ ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਗੋਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਤਨ ਉਸ ਜਨਮ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੀ, ਤਾ ਕੋ ਧੋਖਾ ਕਹਾ ਵਿਆਪੈ, ਜਾ ਕੋ ਓਟ ਤੁਹਾਰੀ। ਹੁਣੇ ਅਸੀਂ ਸਰਵਣ ਕਰ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਅੱਜ ਦਾ ਹੁਕਮਨਾਮਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਰਾਗ ਟੋਡੀ ਦੇ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 711 ਅੰਗ ਤੇ ਸੁਸ਼ੋਭਿਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਟੋਡੀ ਮਹੱਲਾ ਪੰਜਵਾ। ਹੇ ਭਾਈ, ਪਰਮਾਤਮਾ ਦੇ ਨਾਮ ਨੂੰ ਭੁਲਾਇਆ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਹੀ ਹੁੰਦੀ ਹੈ। ਹੇ ਪ੍ਰਭੂ, ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ ਮਾਇਆ ਦੇ ਕਿਸੇ ਵੀ ਬਕਾਰ ਵੱਲੋਂ ਧੋਖਾ ਨਹੀਂ ਲੱਗ ਸਕਦਾ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਹੇ ਭਾਈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਜ਼ਿੰਦਗੀ ਜਿਤਨੀ ਵੀ ਗੁਜ਼ਾਰਨੀ ਹੈ, ਉਹ ਇਉਂ ਹੁੰਦੀ ਹੈ ਜਿਵੇਂ ਸੱਪ ਆਪਣੀ ਉਮਰ ਗੁਜ਼ਾਰਦਾ ਹੈ। ਉਮਰ ਭਾਵੇਂ ਲੰਮੀ ਹੁੰਦੀ ਹੈ,
ਪਰ ਉਹ ਸਦਾ ਆਪਣੇ ਅੰਦਰ ਜ਼ਹਿਰ ਹੀ ਪੈਦਾ ਕਰਦਾ ਰਹਿੰਦਾ ਹੈ। ਸਿਮਰਨ ਤੋਂ ਵਾਂਝਿਆ ਹੋਇਆ ਮਨੁੱਖ ਜੇ ਸਾਰੀ ਧਰਤੀ ਦਾ ਰਾਜ ਵੀ ਕਰਦਾ ਰਹੇ ਤਾਂ ਵੀ ਮਨੁੱਖਾ ਜੀਵਨ ਦੀ ਬਾਜੀ ਹਾਰ ਕੇ ਹੀ ਜਾਂਦਾ ਹੈ। ਹੇ ਨਾਨਕ, ਆਖ ਕਿ ਭਾਈ ਗੁਣਾਂ ਦੇ ਖਜ਼ਾਨੇ ਹਰੀ ਦੇ ਗੁਣ ਉਸ ਮਨੁੱਖ ਨੇ ਹੀ ਗਾਏ ਨੇ ਜਿਸ ਉੱਤੇ ਹਰੀ ਨੇ ਮਿਹਰ ਕੀਤੀ ਹੈ। ਉਹ ਮਨੁੱਖ ਸਦਾ ਸੁਖੀ ਜੀਵਨ ਬਤੀਤ ਕਰਦਾ ਹੈ। ਉਸ ਦੀ ਜ਼ਿੰਦਗੀ ਮੁਬਾਰਕ ਹੁੰਦੀ ਹੈ। ਅਜਿਹੇ ਮਨੁੱਖ ਤੋਂ ਸਦਕੇ ਹੋਣਾ ਚਾਹੀਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਤੇ ਆਓ ਚੱਲਦੇ ਹਾਂ ਇੱਕ ਸ਼ਬਦ ਡਾਕਟਰ ਗੁਰਨਾਮ ਸਿੰਘ ਜੀ ਦੀ ਆਵਾਜ਼ ਦੇ ਵਿੱਚ ਰਾਗ ਟੋਡੀ ਦੇ ਵਿੱਚ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਨ ਦੀ ਖੁਸ਼ੀ ਲਵਾਂਗੇ। हर बिन रह न सके मन मेरा, हर बिन रह न सके मन मेरा, मेरे प्रीतम प्राण हर प्रभ गुर मेरे, मेरे प्रीतम प्राण हर प्रभ गुर सतगुर दे
विवेक बुद्ध सतगुरु ते पाई, गुर ज्ञान गुरु प्रभु खेरा, जन नानक नाम गुरु ते पाया, जन नानक नाम गुरु ते पाया, तुरमस्तक पाग लिखेरा, तुरमस्तक पाग लिखेरा, तुरमस्तक पाग लिखेरा, हर दिन रह ना सके मन मेरा, मेरे प्रीतम प्राण हर प्रभु गुर मेले, मेरे प्रीतम प्राण हर प्रभु गुर मेले, बार न पव जल फेरा, हर बिन रह ना सके, हर बिन रह ना सके, हर बिन रह ना सके मन मेरा। ਹਾਂਜੀ, ਇਹ ਸਨ ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਟੋਡੀ ਫਿਫਥ ਮਹਿਲ, forgetting the Lord, one is ruined forever. How can anyone be deceived who has your support, O Lord? Pause. Without meditating in remembrance on the Lord, life is like a burning fire. Even if one lives long, like a snake, one may rule over the 9 regions of the earth, but in the end, he shall have to depart, losing the game of life. He alone sings the glorious praises of the Lord, the treasure of virtue, upon whom Lord showers his grace. He is at peace, and his worth is blessed. Nanak is a sacrifice to him. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਫਿਰ ਕਿ ਮਾਇਆ ਦੇ ਪਿੱਛੇ ਜਿਹੜਾ ਲੱਗ ਕੇ ਜੀਵਨ ਜਿਹੜਾ ਹੈ ਬਿਤਾਉਣਾ ਹੈ ਖੁਆਰੀ ਹੈ, ਤੇ ਐਸੇ ਹੈ ਜਿਵੇਂ ਇੱਕ ਸੱਪ ਦੀ ਜ਼ਿੰਦਗੀ ਹੁੰਦੀ ਹੈ ਜੋ ਕਿ ਕਾਫੀ ਲੰਬੀ ਹੁੰਦੀ ਹੈ, ਪਰ ਉਹ ਜ਼ਹਿਰ ਹੀ ਜ਼ਹਿਰ ਕੱਢਦਾ ਹੈ। ਤੇ ਪਰਮਾਤਮਾ ਦਾ ਨਾਮ ਹੀ ਜਿਹੜਾ ਹੈ, ਜਿਹਦੇ ਕੋਲ ਹੈ, ਜਿਹੜਾ ਜਪਦਾ ਹੈ, ਉਹਦਾ ਹੀ ਜਿਹੜਾ ਹੈ ਜੀਵਨ ਸੁਖੀਆ ਹੈ। ਤੇ ਆਓ ਚੱਲਦੇ ਹਾਂ ਅਗਲਾ ਸ਼ਬਦ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਸਰਵਣ ਕਰਦੇ ਹਾਂ। ਪ੍ਰਭ ਤੇਰੇ ਪਗ ਕੀ ਧੂਰ, ਤੇਰੇ ਪਗ ਕੀ ਧੂਰ, ਤੇਰੇ ਪਗ ਕੀ ਧੂਰ, ਧੂਰ ਪ੍ਰਭ ਤੇਰੇ ਪਗ ਕੀ ਧੁਰ ਧੁਰ ਪ੍ਰਭ ਤੇਰੇ ਪਗ ਕੀ ਧੂਰ, ਧੁਰ ਧੁਰ ਪ੍ਰਭ ਤੇਰੇ ਪਗ ਕੀ ਧੂਰ,
कृपा मेरी लोचा पूरो प्रभु तेरे पग की धूर प्रभु तेरे पग की प्रभु तेरे पग की धूल तेरे तेरे पग की प्रभु तेरे पग की धूल धूल प्रभु तेरे पग की धूल तेरे तेरे पग की धूल अब तेरे पग की धूल तेरे पग की धूल पग की धूल पग की धूल प्रभु तेरे पग की धूल तेरे पग की धूल तेरे 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 पग की धूल प्रभु तेरे पग की धूल धूल प्रभु तेरे पग की धूल दीन दयाल प्रियतम मन मोहन दीन दयाल प्रियतम मन मोहन कर के रूपा मेरी लोचा पूरा प्रभु तेरे पग की धूल धूल प्रभु तेरे पग की धूल दैद सुराव दया जैसी तुमरा दैद सुराव दया जैसी तुमरा अंतर जामी सदा हजूर दर्द सुनावर जसी तुमरा अंतर जामी सदा हजूर जो तुमरा जस गावे है करते जो तुमरा जस गावे है करते से जान कब न मारते धूल प्रभु तेरे पग की धूल धूल प्रभु तेरे पग की धूल धूल प्रभु तेरे पग की धूल दीन दयालु तम मन मोहन दीन दयालु तम मन मोहन कर के रूपा मेरी लोचा पूरा प्रभु तेरे पग की धूल धूल प्रभु तेरे पग की धूल
ਤੰਦੀਰ ਬੰਦ ਬਿਨ ਮਾਇਆ ਕੇ ਬਿਨ ਮਾਇਆ ਕੇ ਧੰਦ ਬੰਦ ਧੰਦ ਬੰਦ ਧੰਦ ਬੰਦ ਬਿਨ ਮਾਇਆ ਵੀ ਸਾਧੂ ਸੰਗਤ ਮਿਟੇ ਬਸੂਰ ਮਿਟੇ ਮਿਟੇ ਬਸੂਰ ਧੰਦ ਬੰਦ ਬਿਨ ਮਾਇਆ ਕੇ ਧੰਦ ਬੰਦ ਬੰਦ ਬਿਨ ਮਾਇਆ ਸਾਧੂ ਸਾਧੂ ਜੰਗ ਮਿਟੇ ਬਸੂਰ ਬਿਨ ਮਾਇਆ ਕੇ बिन से माया के बिन से माया के बिन से माया धंध बंध बिन से माया के बिन से माया के साधु संगत मिटे बेसूर साधु संगत मिटे बेसूर मिटे बेसूर मिटे बेसूर धंध बंध बिन से माया के साधु संगत मिटे बेसूर सुख संपद भोग किस जीवी सुख संपद भोग किस जीवी बिन हर नानक जाने पूरो प्रभु तेरे बरगिन पूरो प्रभु तेरे बरगिन पूरो प्रभु तेरे बरगिन दीन दयाल दीदम मानवो दीन दयाल दीदम मानवो कार्य के रूपा मेरी लोचा पूरा प्रभु तेरे बरगी धूर धूर प्रभु तेरे बरगी धूर तेरे पग की ਹਾਂਜੀ, ਹੁਣੇ ਅਸੀਂ ਇਹ ਸ਼ਬਦ ਰਾਗ ਟੋਡੀ ਦੇ ਵਿੱਚ ਸਰਵਣ ਕਰ ਰਹੇ ਸੀ, ਜਿਸ ਨੂੰ ਗਾਇਨ ਕੀਤਾ ਸੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਨੇ। ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅੱਜ 6 ਜੂਨ ਹੈ ਤੇ 37 ਸਾਲ ਪਹਿਲੇ 1984 ਦੇ ਵਿੱਚ ਅੱਜ ਹੀ ਦੇ ਦਿਨ ਜਿਹੜਾ ਹੈ 6 ਜੂਨ ਦਾ ਘੱਲੂਘਾਰਾ ਜਾਂ ਜਿਸ ਨੂੰ ਤੀਜਾ ਘੱਲੂਘਾਰਾ ਵੀ ਕਿਹਾ ਜਾਂਦਾ ਹੈ ਵਾਪਰਿਆ। ਦਰਬਾਰ ਸਾਹਿਬ ਦੇ ਵਿੱਚ ਬੇਅੰਤ ਸੰਗਤਾਂ ਜਿਹੜੀਆਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਦੇ ਲਈ ਹਾਜ਼ਰੀ ਭੰਨ ਗਈਆਂ ਸਨ, ਉਹਨਾਂ ਨੂੰ ਗੁਰਦੁਆਰਿਆਂ ਦੇ ਅੰਦਰ ਤੇ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਹੈ ਰੋਕ ਲਿੱਤਾ ਗਿਆ ਤੇ ਬਾਅਦ ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ, ਇਹਨਾਂ ਨੂੰ ਸਭ ਨੂੰ ਸ਼ਹੀਦ ਕਰ ਦਿੱਤਾ ਗਿਆ। ਤੇ ਸਾਡਾ ਤਮਾਮ ਉਹਨਾਂ ਸ਼ਹੀਦਾਂ ਨੂੰ ਕੋਟੀ-ਕੋਟੀ ਪ੍ਰਣਾਮ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸੇ ਹੀ ਦਿਵਸ ਨੂੰ ਸੰਬੰਧ ਦੇ ਵਿੱਚ ਅਸੀਂ ਜਿਹੜੇ ਲੇਖ ਨੇ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਾਂ। ਪਹਿਲਾ ਲੇਖ ਜਿਹੜਾ ਹੈ ਗੁਰਮਤਿ ਦੇ ਵਿੱਚ ਸ਼ਹੀਦੀ ਦਾ ਸੰਕਲਪ, ਇਸ ਨੂੰ ਸ਼ਬਦ ਦਿੱਤੇ ਨੇ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਜੀ ਨੇ ਤੇ ਇਹ ਲੇਖ ਗੁਰਮਤਿ ਪ੍ਰਕਾਸ਼ ਦੇ ਜੂਨ 2016 ਅੰਕ ਦੇ ਵਿੱਚ ਛਪਿਆ ਸੀ। ਪ੍ਰੋਫੈਸਰ ਸਾਹਿਬ ਲਿਖਦੇ ਨੇ ਕਿ ਸਿੱਖ ਧਰਮ ਦੇ ਵਿੱਚ ਸ਼ਹੀਦੀ ਦਾ ਬਹੁਤ ਉੱਚਾ ਸਥਾਨ ਹੈ। ਗੁਰੂ ਸਾਹਿਬ ਤੋਂ ਬਾਅਦ ਦੂਜੇ ਨੰਬਰ ਤੇ ਸ਼ਹੀਦਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਰੋਜ਼ਾਨਾ ਅਰਦਾਸ ਦੇ ਵਿੱਚ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਹਨਾਂ ਸ਼ਹੀਦਾਂ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦੀ ਪਾਈ, ਪਰ ਸਿਦਕ ਨਹੀਂ ਹਾਰਿਆ।
ਉਹਨਾਂ ਨੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਅਤੇ ਹੱਕ ਸੱਚ ਲਈ ਕੁਰਬਾਨੀ ਕੀਤੀ। किसी शायर ने ठीक ही किया है, शहीदों की कत्लगाह से क्या बेहतर है काबा, शहीदों की खाक पे तो खुदा भी कुर्बान होता है। ਕਿਸੇ ਉੱਚੇ ਸੁੱਚੇ ਉਦੇਸ਼ ਹੱਕ ਸੱਚ ਧਰਮ ਲਈ ਜਾਂ ਧਰਮ ਯੁੱਧ ਆਦਿ ਦੇ ਵਿੱਚ ਆਪਣੀ ਜਾਨ ਕੁਰਬਾਨ ਕਰ ਦੇਣ ਵਾਲੇ ਵਿਅਕਤੀ ਨੂੰ ਸ਼ਹੀਦ ਕਿਹਾ ਜਾਂਦਾ ਹੈ। ਸ਼ਹੀਦ ਸ਼ਬਦ ਫਾਰਸੀ ਦਾ ਹੈ। ਭਾਰਤੀ ਭਾਸ਼ਾਵਾਂ ਦੇ ਵਿੱਚ ਇਸ ਦੇ ਸਮਾਨ ਅਰਥੀ ਕੋਈ ਸ਼ਬਦ ਨਹੀਂ ਹੈ। ਸਿੱਖ ਧਰਮ ਤੋਂ ਪਹਿਲਾਂ ਭਾਰਤ ਦੇ ਵਿੱਚ ਸ਼ਹੀਦੀ ਦੀ ਕੋਈ ਪਰੰਪਰਾ ਵੀ ਨਹੀਂ ਸੀ। ਭਾਰਤੀ ਦਰਸ਼ਨ ਅਨੁਸਾਰ ਜੀਵਨ ਨੂੰ ਅਨਮੋਲ ਮੰਨਿਆ ਗਿਆ ਹੈ। ਧਰਮ ਦਾ ਮਨੋਰਥ ਜੀਵਨ ਨੂੰ ਹੋਰ ਖੁਸ਼ਹਾਲ ਤੇ ਸੁਖੀ ਬਣਾਉਣਾ ਹੈ, ਇਸ ਨੂੰ ਗਵਾਉਣਾ ਨਹੀਂ। ਪੁਰਾਣੇ ਸਮੇਂ ਦੇ ਵਿੱਚ ਦੇਵਤਿਆਂ ਨੂੰ ਪ੍ਰਸੰਨ ਕਰਨ ਦੇ ਲਈ ਆਪਣੀਆਂ ਮਨੋਕਾਮਨਾਵਾਂ ਦੀ ਸਿੱਧੀ ਪੂਰਤੀ ਕੀਤੀ ਜਾਂਦੀ ਸੀ। ਦੇਵਤਿਆਂ ਨੂੰ ਪ੍ਰਸੰਨ ਕਰਨ ਦੇ ਲਈ ਇਸ ਸਾਧਨਾਂ ਦੇ ਵਿੱਚ ਜਾਨਵਰਾਂ ਦੀ ਬਲੀ ਦੇਣ ਦੀ ਵੀ ਪ੍ਰਥਾ ਸੀ। ਇਹ ਪ੍ਰਥਾ ਸ਼ਹੀਦੀ ਦੀ ਭਾਵਨਾ ਦੇ ਬਿਲਕੁਲ ਉਲਟ ਸੀ। ਸ਼ਹੀਦ ਦੂਜਿਆਂ ਦੇ ਸੁੱਖ ਲਈ ਹੱਕ ਸੱਚ ਧਰਮ ਲਈ ਆਪਣਾ ਆਪ ਕੁਰਬਾਨ ਕਰਦਾ ਹੈ। ਬਲੀ ਆਪਣੇ ਸਵਾਰਥ ਦੇ ਲਈ ਕਿਸੇ ਹੋਰ ਜੀਵ ਦਾ ਘਾਤ ਕਰਨਾ ਹੈ। ਸ਼ਹੀਦੀ ਦੇ ਆਦਰਸ਼ਾਂ ਦੇ ਵਿਪਰੀਤ ਇਸੇ ਤਰ੍ਹਾਂ ਸਤੀ ਦੀ ਪ੍ਰਥਾ ਵੀ ਭਾਰਤ ਦੇ ਵਿੱਚ ਪ੍ਰਚਲਿਤ ਸੀ। ਇਸਤਰੀ ਨੂੰ ਆਪਣੇ ਪਤੀ ਦੇ ਮਰਨ ਤੋਂ ਬਾਅਦ ਉਸ ਦੀ ਚਿਤਾ ਦੇ ਵਿੱਚ ਮਰਨ ਲਈ ਮਜਬੂਰ ਕੀਤਾ ਜਾਂਦਾ ਸੀ। ਸੈਮੈਟਿਕ ਧਰਮਾਂ ਵਿੱਚ ਸ਼ਹੀਦੀ ਦੀਆਂ ਮਿਸਾਲਾਂ ਮਿਲਦੀਆਂ ਨੇ। ਸਭ ਤੋਂ ਪਹਿਲਾਂ ਸੁਕਰਾਤ ਨੇ ਈਸਾ ਦੇ ਜਨਮ ਤੋਂ 339 ਸਾਲ ਪਹਿਲਾਂ ਸ਼ਹੀਦੀ ਦਿੱਤੀ। ਸੁਕਰਾਤ ਨੇ ਯੂਨਾਨ ਦੇ ਵਿੱਚ ਪਖੰਡ ਤੇ ਕੁਰੀਤੀਆਂ ਦੇ ਵਿਰੁੱਧ ਪ੍ਰਚਾਰ ਕੀਤਾ ਸੀ। ਉਹ ਆਤਮਾ ਨੂੰ ਅਮਰ ਤੇ ਅਜਰ ਮੰਨਦਾ ਸੀ। ਉਸ ਨੇ ਅਡੋਲਤਾ ਦੇ ਨਾਲ ਜ਼ਹਿਰ ਦਾ ਪਿਆਲਾ ਪੀਤਾ। ਸੁਕਰਾਤ ਤੋਂ ਲਗਭਗ 372 ਸਾਲ ਬਾਅਦ ਹਜ਼ਰਤ ਈਸਾ ਨੇ ਬੁਰਾਈ ਵਿਰੁੱਧ ਸੰਘਰਸ਼ ਕਰਦਿਆਂ ਦੁੱਖ ਤੇ ਮੁਸੀਬਤਾਂ ਝੱਲ ਕੇ ਆਪਣਾ ਬਲੀਦਾਨ ਦਿੱਤਾ। ਪਰੰਤੂ ਈਸਾਈ ਮਤ ਦੇ ਵਿੱਚ ਈਸਾ ਦੀ ਮਹਾਨਤਾ ਬਲੀਦਾਨ ਨਾਲੋਂ ਉਸ ਦੇ ਦੁਬਾਰਾ ਜ਼ਿੰਦਾ ਹੋਣ ਵਿੱਚ ਹੈ। ਉਸ ਦੇ ਦੁਬਾਰਾ ਜ਼ਿੰਦਾ ਹੋਣ ਨੂੰ ਈਸਾਈ ਦੀ ਬਦੀ ਦੀਆਂ ਤਾਕਤਾਂ ਤੇ ਜਿੱਤ ਸਮਝਿਆ ਜਾਂਦਾ ਹੈ। ਈਸਾਈ ਮਤ ਦੇ ਵਿੱਚ ਹਜ਼ਰਤ ਈਸਾ ਦੇ ਸੂਲੀ ਤੇ ਚੜ੍ਹਨ ਨੂੰ ਮਨੁੱਖਤਾ ਦੇ ਦੁੱਖਾਂ ਦਾ ਅਖੀਰ ਮੰਨ ਲਿਆ ਗਿਆ ਹੈ। ਹਜ਼ਰਤ ਈਸਾ ਦੀ ਸ਼ਹਾਦਤ ਤੋਂ ਪਿੱਛੋਂ ਬੁਰਾਈ ਦੇ ਨਾਲ ਜੂਝ ਸਕਣ ਦੀ ਇਸ ਭਾਵਨਾ ਈਸਾਈ ਮਤ ਦੇ ਪਰੋਕਾਰਾਂ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕੀ। ਉਹ ਬੁਰਾਈ ਤੋਂ ਬਚਾਓ ਕਰਨ ਦੇ ਵਿੱਚ ਹਜ਼ਰਤ ਈਸਾ ਨੂੰ ਆਪਣਾ ਰਾਖਾ ਸਮਝਦੇ ਹਨ। ਬੁਰਾਈ ਦੇ ਨਾਲ ਜੂਝਣ ਦੀ ਥਾਂ ਸੇਵਾ ਤੇ ਹਜ਼ਰਤ ਈਸਾ ਦੀ ਸ਼ਰਨ ਵਿੱਚ ਜਾਣ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਇਸ ਲਈ ਈਸਾਈ ਮਤ ਦੇ ਵਿੱਚ ਸ਼ਹੀਦੀ ਦੀ ਕੋਈ ਪਰੰਪਰਾ ਅੱਗੇ ਸਥਾਪਿਤ ਨਹੀਂ ਹੋ ਸਕੀ। ਇਸਲਾਮ ਦੀ ਸਥਾਪਨਾ ਤੋਂ ਬਾਅਦ ਦੁਨੀਆ ਦੇ ਵਿੱਚ ਸ਼ਹੀਦਾਂ ਦੀ ਪ੍ਰਥਾ ਪੂਰੇ ਜ਼ੋਰ ਨਾਲ ਫੈਲੀ। ਇਸਲਾਮ ਦੇ ਪੈਰੋਕਾਰਾਂ ਨੇ ਇਸਲਾਮ ਦੀ ਫਤਿਹ ਤੇ ਪ੍ਰਚਾਰ ਦੇ ਜੋਸ਼ ਵਿੱਚ ਸ਼ਹੀਦੀਆਂ ਦਿੱਤੀਆਂ ਵੀ ਤੇ ਦੂਜਿਆਂ ਨੂੰ ਸ਼ਹੀਦ ਕੀਤਾ ਵੀ। ਸ਼ਹੀਦ ਕਰਨ ਵਾਲਿਆਂ ਵਿੱਚ ਸੂਫੀ ਸੰਤ ਮਨਸੂਰ ਤੇ ਸ਼ਮਸ ਤਰਵੇਜ ਵਰਗੇ ਫਕੀਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਸੂਫੀ ਮਤ ਇਸਲਾਮ ਦਾ ਟਾਕਰਾ ਕਰਨ ਦੇ ਯੋਗ ਨਹੀਂ ਸੀ। ਇਸ ਲਈ ਉਹਨਾਂ ਨੇ ਆਪਣੇ ਅਧਿਆਤਮਕ ਸਿਧਾਂਤਾਂ ਨੂੰ ਕਾਇਮ ਰੱਖਦਿਆਂ ਇਸਲਾਮ ਦੇ ਨਾਲ ਸਮਝੌਤਾਵਾਦੀ ਸਾਂਝ ਪਾ ਲਈ। ਇਸਲਾਮ ਦੇ ਤੇਜ ਤੇ ਜਲਾਲ ਦੇ ਅੱਗੇ ਸਲਤਨਤਾਂ ਢਹਿ ਢੇਰੀ ਹੋ ਗਈਆਂ। ਅਰਬ, ਸੀਰੀਆ, ਮਿਸਰ, ਈਰਾਨ, ਇਰਾਕ ਵਰਗੇ ਮੁਲਕ ਇਸਲਾਮ ਦੇ ਅਧੀਨ ਹੋ ਗਏ। 8ਵੀਂ ਸਦੀ ਦੇ ਆਰੰਭ ਦੇ ਵਿੱਚ 712 ਈਸਵੀ ਦੇ ਵਿੱਚ ਮੁਹੰਮਦ ਬਿਨ ਕਾਸਮ ਹਜ਼ਰਤ ਮੁਹੰਮਦ ਸਾਹਿਬ ਦੀ ਵਫਾਤ ਪਾਉਣ ਤੋਂ 632 ਈਸਵੀ ਨੂੰ ਭਾਵ ਕਿ 80 ਸਾਲ ਬਾਅਦ ਹੀ ਇਸਲਾਮ ਦਾ ਪੈਗਾਮ ਲੈ ਕੇ ਹਿੰਦੁਸਤਾਨ ਦੀ ਪੱਛਮੀ ਸਰਹੱਦ ਤੇ ਆ ਧਮਕਿਆ ਸੀ। ਇਸਲਾਮ ਦੇ ਧਰਮ ਗ੍ਰੰਥ ਕੁਰਾਨ ਦੇ ਵਿੱਚ ਕਾਫਰਾਂ ਨੂੰ ਆਪਣੇ ਦੀਨ ਵਿੱਚ ਲਿਆਉਣ ਲਈ ਉਤਸ਼ਾਹ ਦਿੱਤਾ ਗਿਆ ਹੈ। ਹਿੰਦੁਸਤਾਨ ਉੱਤੇ 1000 ਤੋਂ ਈਸਵੀ ਤੋਂ ਬਾਅਦ ਇਸਲਾਮੀ ਹੁਕਮਰਾਨਾਂ ਨੇ ਲਗਾਤਾਰ ਹਮਲੇ ਕੀਤੇ ਤੇ 1192 ਦੇ ਵਿੱਚ ਮੁਹੰਮਦ ਗੌਰੀ ਨੇ ਦਿੱਲੀ ਦੇ ਤਖਤ ਤੇ ਕਬਜ਼ਾ ਕਰ ਲਿਆ। ਇਸਲਾਮੀ ਹਮਲਿਆਂ ਦੇ ਵਿੱਚ ਇਸਲਾਮੀ ਹਕੂਮਤ ਦੌਰਾਨ ਹਿੰਦੂਆਂ ਦੇ ਅਨੇਕਾਂ ਮੰਦਰ ਢਾਹ ਦਿੱਤੇ ਗਏ। ਲੱਖਾਂ ਲੋਕਾਂ ਦਾ ਕਤਲੇਆਮ ਕੀਤਾ ਗਿਆ ਤੇ ਲੱਖਾਂ ਹਿੰਦੂਆਂ ਨੇ ਹਕੂਮਤੀ ਜ਼ਬਰ ਤੇ ਜ਼ੁਲਮ ਦੇ ਅੱਗੇ ਗੋਡੇ ਟੇਕਦਿਆਂ ਇਸਲਾਮ ਕਬੂਲ ਕਰ ਲਿਆ। ਦੂਸਰੇ ਮੁਲਕ
ਤੇ ਹਮਲਾ ਕਰਨ ਸਮੇਂ ਜਿਹਾਦ ਦੇ ਦੌਰਾਨ ਮਰਨ ਵਾਲਿਆਂ ਨੂੰ ਇਸਲਾਮ ਦੇ ਵਿੱਚ ਸ਼ਹੀਦ ਦਾ ਮਰਤਬਾ ਦਿੱਤਾ ਜਾਂਦਾ ਹੈ। ਸ਼ਹੀਦ ਸ਼ਬਦ ਇਸਲਾਮ ਦੇ ਪ੍ਰਚਾਰਕਾਂ ਤੇ ਜਿਹਾਦੀਆਂ ਤੱਕ ਹੀ ਸੀਮਤ ਸੀ। ਸਰਬੱਤ ਮਾਨਵਤਾ ਦੇ ਕਲਿਆਣ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਾਮ ਧਰਮ ਦੀ ਨੀਂਹ ਰੱਖੀ। ਇਸ ਧਰਮ ਦਾ ਮੁੱਖ ਸਿਧਾਂਤ ਇੱਕੋ ਇੱਕ ਨਿਰੰਕਾਰ ਪਰਮਾਤਮਾ ਦੇ ਹੁਕਮ ਨੂੰ ਮੰਨਣਾ ਤੇ ਪਛਾਣਨਾ ਹੈ। ਹੁਕਮ ਨੂੰ ਪਛਾਣਨ ਦੇ ਲਈ ਗੁਰ ਸ਼ਬਦ ਦੇ ਵਿੱਚ ਲੀਨ ਹੋ ਕੇ ਹਉਮੈ ਨੂੰ ਮਿਟਾਉਣ ਤੇ ਹਿਰਦੇ ਦੇ ਵਿੱਚ ਪ੍ਰਭੂ ਦੇ ਨਾਮ ਨੂੰ ਵਸਾਉਣ ਦੀ ਲੋੜ ਹੁੰਦੀ ਹੈ। ਇਸ ਵਿਖਮ ਮਾਰਗ ਤੇ ਚੱਲਣ ਲਈ ਆਪਣੀ ਮੱਤ ਨੂੰ ਗੁਰੂ ਦੀ ਮੱਤ ਦੇ ਅਧੀਨ ਕਰਨਾ ਹੁੰਦਾ ਹੈ। ਇਹ ਕਿਰਿਆ ਆਪਣਾ ਸੀਸ ਭੇਟ ਕਰਨ ਦੇ ਸਮਾਨ ਹੀ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸੰਦੇਸ਼ ਦਿੱਤਾ ਕਿ ਜਿਸ ਨੇ ਗੁਰਮਤਿ ਦੇ ਮਾਰਗ ਤੇ ਚੱਲਣਾ ਹੈ ਉਹ ਆਪਣਾ ਸੀਸ ਤਲੀ ਤੇ ਧਰ ਕੇ ਆਵੇ, ਭਾਵ ਦ੍ਰਿੜ ਚਿੱਤ ਹੋ ਕੇ ਆਵੇ ਤੇ ਆਪਣੀ ਸੰਸਾਰਿਕ ਬਿਰਤੀ ਤੇ ਕੱਚੀ ਮੱਤ ਦਾ ਤਿਆਗ ਕਰਨ ਦੇ ਵਿੱਚ ਕੋਈ ਝਿਜਕ ਨਾ ਰੱਖੇ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਫਰਮਾਇਆ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਇਸ ਰਹੱਸ ਨੂੰ ਇਸ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ, ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੈ ਭਾਵੈ, ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਆਓ ਇਹ ਸ਼ਬਦ ਸਰਵਣ ਕਰਦੇ ਹਾਂ, ਸਤਿਗੁਰ ਆਗੈ ਸੀਸ ਭੇਟ ਦਿਓ। ਇਸ ਨੂੰ ਆਵਾਜ਼ ਦਿੱਤੀ ਹੈ ਸ਼ਬਦ ਨੂੰ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਸਤਿਗੁਰ ਆਗੈ ਸੀਸ ਭੇਟ ਦਿਓ, ਸਤਿਗੁਰ ਆਗੈ ਸੀਸ ਭੇਟ ਦਿਓ, ਸਤਿਗੁਰ ਆਗੈ ਸੀਸ ਭੇਟ ਦਿਓ। ਜੇ ਸਤਿਗੁਰ ਸਾਚੇ ਪਾਵੈ, ਜੇ ਸਤਿਗੁਰ ਸਾਚੇ ਪਾਵੈ, ਸਤਿਗੁਰ ਆਗੈ ਸੀਸ ਭੇਟ ਦਿਓ, ਸਤਿਗੁਰ ਆਗੈ ਸੀਸ ਭੇਟ ਦਿਓ। ਜੇ ਸਤਿਗੁਰ ਸਾਚੇ ਪਾਵੈ, ਜੇ ਸਤਿਗੁਰ ਸਾਚੇ ਪਾਵੈ, ਸਤਿਗੁਰ ਆਗੈ ਸੀਸ ਭੇਟ ਦਿਓ, ਸਤਿਗੁਰ ਆਗੈ ਸੀਸ ਭੇਟ ਦਿਓ। ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਸਤਿਗੁਰ ਆਗੈ ਸੀਸ ਭੇਟ ਦਿਓ, ਸਤਿਗੁਰ ਆਗੈ ਸੀਸ ਭੇਟ ਦਿਓ। ਜੇ ਸਤਿਗੁਰ
ਸਾਚੇ ਪਾਵੈ, ਜੇ ਸਤਿਗੁਰੂ ਸਾਚੇ ਪਾਵੈ, ਸਤਿਗੁਰ ਆਗੈ ਸੀਸ ਭੇਟ ਦੇਉ, ਸਤਿਗੁਰ ਆਗੈ ਸੀਸ ਭੇਟ ਦੇਉ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆਰਾ, ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆਰਾ, ज्योति ज्योत मिलाए, काया गढ़ सोहरा, ज्योति ज्योत मिलाए, काया गढ़ सोहरा, सतगुर आगे ਸੀਸ ਭੇਟ ਦੇਉ, ਸਤਿਗੁਰ ਆਗੈ ਸੀਸ ਭੇਟ ਦੇਉ, ਜੇ ਸਤਿਗੁਰ ਸਾਚੇ ਪਾਵੈ, ਜੇ ਸਤਿਗੁਰ ਸਾਚੇ ਪਾਵੈ, ਸਤਿਗੁਰ ਆਗੈ ਸੀਸ ਭੇਟ ਦੇਉ, ਸਤਿਗੁਰ ਆਗੈ ਸੀਸ ਭੇਟ ਦੇਉ। ਕਾਇਆ ਗੜ੍ਹ ਸੋਹਿਆ ਮੇਰੇ ਪ੍ਰਭ ਮੋਹਿਆ, ਕਿਉ ਸਾਸ ਗਿਰਾਸ ਵਿਸਾਰੀਐ, ਕਾਇਆ ਗੜ੍ਹ ਸੋਹਿਆ ਮੇਰੇ ਪ੍ਰਭ ਮੋਹਿਆ, ਕਿਉ ਸਾਸ ਗਿਰਾਸ ਵਿਸਾਰੀਐ, ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਹਾਰੀਐ, ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਹਾਰੀਐ, ਸਤਿਗੁਰ ਆਗੈ ਸੀਸ ਭੇਟ ਦੇਉ, ਸਤਿਗੁਰ ਆਗੈ ਸੀਸ ਭੇਟ ਦੇਉ, ਜੇ ਸਤਿਗੁਰੂ ਸਾਚੇ ਪਾਵੈ, ਜੇ ਸਤਿਗੁਰੂ ਸਾਚੇ ਪਾਵੈ, ਸਤਿਗੁਰ ਆਗੈ ਸੀਸ ਭੇਟ ਦੇਉ, ਸਤਿਗੁਰ ਆਗੈ ਸੀਸ ਭੇਟ ਦੇਉ।
ਸਮਾਏ। ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਓੰਗ ਸਮਾਵੈ ਸਤਿਗੁਰ ਆਗੇ। ਸੀਸ ਭੇਟ ਦੇਉ ਸਤਿਗੁਰ ਆਗੇ, ਸੀਸ ਭੇਟ ਦੇਉ। ਜੇ ਸਤਿਗੁਰ ਸਾਚੇ ਪਾਵੈ, ਜੇ ਸਤਿਗੁਰੂ ਸਾਚੇ ਪਾਵੈ ਸਤਿਗੁਰ ਆਗੇ। ਸੀਸ ਭੇਟ ਦੇਉ ਸਤਿਗੁਰ ਆਗੇ, ਸੀਸ ਭੇਟ ਦੇਉ। ਸੀਸ ਭੇਟ ਦੇਉ, ਸੀਸ ਭੇਟ ਦੇਉ ਜੀ, ਸੀਸ ਭੇਟ ਦੇਉ, ਸੀਸ ਭੇਟ ਦੇਉ। 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 ਸਤਿਗੁਰ ਆਗੇ, ਸੀਸ ਭੇਟ ਦੇਉ। ਸਤਿਗੁਰ ਆਗੇ, ਸੀਸ ਭੇਟ ਦੇਉ। ਸੀਸ ਭੇਟ ਦੇਉ, ਸੀਸ ਭੇਟ ਦੇਉ। ਆਏ। 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ। ਅਗਰ ਆਪ ਜੀ ਨੇ ਪ੍ਰੋਗਰਾਮ ਹੁਣੇ-ਹੁਣੇ ਸੁਣਨਾ ਸ਼ੁਰੂ ਕੀਤਾ ਹੈ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ, ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਹੁਣੇ ਅਸੀਂ ਸ਼ਬਦ ਸਰਵਨ ਕਰ ਰਹੇ ਸੀ ਜਿਸ ਨੂੰ ਗਾਇਨ ਕੀਤਾ ਸੀ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। ਤੇ ਉਸ ਤੋਂ ਪਹਿਲਾਂ ਅਸੀਂ ਜਿਹੜਾ ਲੇਖ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਸੀ ਉਹ ਸੀ ਗੁਰਮਤਿ ਦੇ ਵਿੱਚ ਸ਼ਹੀਦੀ ਦਾ ਸੰਕਲਪ, ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ ਉਹਨਾਂ ਦੇ ਲਿਖੇ ਹੋਏ ਸ਼ਬਦ। ਤੇ ਅਸੀਂ ਉਸ ਦੀ ਭੂਮਿਕਾ ਤੋਂ ਅੱਗੇ ਆਏ ਸੀ ਕਿ ਕਿਵੇਂ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਹੈ ਕਿ ਸਤਿਗੁਰ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸਾਚੈ ਭਾਵੈ। ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਅੰਗ 1114 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਮਤਿ ਦੇ ਇਸੇ ਆਦਰਸ਼ ਨੂੰ ਅਮਲੀ ਰੂਪ ਦਿੰਦੇ ਹੋਏ ਖਾਲਸਾ ਸਾਜਣ ਸਮੇਂ ਸਿਰਾਂ ਦੀ ਮੰਗ ਕੀਤੀ ਸੀ। ਉਹਨਾਂ ਨੇ ਸੀਸ ਲੈ ਕੇ ਹੀ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਸੀ। ਪੰਜ ਪਿਆਰਿਆਂ ਦਾ ਸੀਸ ਭੇਟ ਕਰਕੇ ਕਰ ਦੇਣਾ ਇੱਕ ਤਰ੍ਹਾਂ ਦੀ ਸ਼ਹੀਦੀ ਹੀ ਸੀ। ਖਾਲਸਾ ਸਾਜਣਾ ਦੀ ਇਸ ਅਚਰਜ ਘਟਨਾ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਸ਼ਹੀਦੀ ਸਿੱਖ ਦੀ ਮੰਜ਼ਿਲ ਨਹੀਂ, ਸਗੋਂ ਸਿੱਖੀ ਦਾ ਆਰੰਭ ਹੈ। ਸਿੱਖ ਹੋਣਾ ਹੀ ਸ਼ਹੀਦ ਹੋਣਾ ਹੈ ਤੇ ਇਹ ਜੀਵਨ ਪਦਵੀ ਹੈ। ਗੁਰੂ ਦਾ ਸਿੱਖ ਮਰ ਕੇ ਜੀਂਦਾ ਹੈ। ਇਸ ਲਈ ਸਿੱਖ ਦਾ ਆਦਰਸ਼ ਸ਼ਹੀਦੀ ਨਹੀਂ, ਮਰ ਜੀਵੜਾ ਹੋਣਾ ਹੈ। ਜੀਵਨ ਮੁਕਤ ਪਦਵੀ ਦਾ ਅਧਿਕਾਰੀ ਬਣਨਾ ਹੈ। ਇਸ ਲਈ ਸਿੱਖ ਨੂੰ ਗੁਰਬਾਣੀ ਦੇ ਵਿੱਚ ਮਰ ਜੀਵੜਾ ਕਿਹਾ ਗਿਆ ਹੈ। ਭਗਤ ਕਰਹਿ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ। ਉਹਨਾਂ ਕੋ ਧੁਰ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕੈ ਕੋਏ। ਅੰਗ 599। ਤੇ ਭਗਤ ਕਬੀਰ ਜੀ ਮਹਾਰਾਜ ਵੀ ਫਰਮਾਉਂਦੇ ਨੇ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ। ਰਾਮ ਕਸੌਟੀ ਜੋ ਸਹੈ, ਸੋ ਮਰ ਜੀਵਾ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 900
948 ਗੁਰੂ ਸਾਹਿਬਾਨ ਮਨੁੱਖਤਾ ਦੇ ਕਲਿਆਣ ਹਿਤ ਪ੍ਰਗਟ ਹੋਏ ਸਨ। ਉਹਨਾਂ ਨੇ ਗੁਰਬਾਣੀ ਦਾ ਚਾਨਣ ਇਸ ਜੱਗ ਵਿੱਚ ਪ੍ਰਗਟ ਕੀਤਾ। ਹਰ ਮਨੁੱਖ ਨੂੰ ਉਸ ਅੰਦਰ ਵਸਦੇ ਪ੍ਰਭੂ ਦੇ ਲੜ ਲਾਇਆ। ਮਨੁੱਖੀ ਗੁਰੂਆਂ ਦੇ ਜਾਲ ਦੇ ਵਿੱਚੋਂ ਕੱਢ ਕੇ ਸ਼ਬਦ ਗੁਰੂ ਦੇ ਨਾਲ ਜੋੜਿਆ। ਸ਼ਬਦ ਗੁਰੂ ਦੇ ਮਹੱਤਵ ਨੂੰ ਪ੍ਰਗਟ ਕਰਨ ਦੇ ਲਈ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਰਚੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੰਜਾਂ ਪਾਤਸ਼ਾਹੀਆਂ ਤੇ ਹੋਰ ਪ੍ਰਮੁੱਖ ਭਗਤ ਸਾਹਿਬਾਨ, ਭੱਟ ਸਾਹਿਬਾਨ, ਭਗਤ ਸ਼ੇਖ ਫਰੀਦ ਸਾਹਿਬ ਵਰਗੇ ਸੂਫੀ ਫਕੀਰ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਿਆਰ ਕੀਤੀ। ਇਸ ਪਾਵਨ ਗ੍ਰੰਥ ਦੇ ਪ੍ਰਕਾਸ਼ ਲਈ ਸ੍ਰੀ ਹਰਿਮੰਦਰ ਸਾਹਿਬ ਦਾ ਪਵਿੱਤਰ ਅਸਥਾਨ ਤਿਆਰ ਕਰਵਾਇਆ। ਉੱਥੇ ਬੈਠ ਕੇ ਸੰਗਤ ਗੁਰਬਾਣੀ ਦਾ ਕੀਰਤਨ ਸੁਣਦੀ ਸੀ, ਨਾਮ ਜਪਦੀ ਸੀ ਤੇ ਆਪਣੀ ਸੁਰਤ ਨੂੰ ਪ੍ਰਭੂ ਦੇ ਨਾਲ ਜੋੜਦੀ ਸੀ। ਗੁਰਬਾਣੀ ਦੇ ਵਿੱਚ ਅੰਕਿਤ ਹੈ, ਹਰ ਜਪੇ ਹਰ ਮੰਦਰ ਸਾਜਿਆ, ਭਗਤ ਸੰਤ ਭਗਤ ਗੁਣ ਗਾਵਹਿ ਰਾਮ, ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਸਗਲੇ ਪਾਪ ਤਜਾਵਹਿ ਰਾਮ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਗਟ ਹੋਣ ਦੇ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਦੇ ਨਾਲ ਸਿੱਖ ਧਰਮ ਐਲੇ ਮੁਕਾਮ ਤੇ ਐਲੇ ਕਿਤਾਬ ਬਣ ਚੁੱਕਿਆ ਸੀ। ਇਸਲਾਮੀ ਹਕੂਮਤ ਅਨੇਕਾਂ ਮੰਦਰ ਢਾਹ ਚੁੱਕੀ ਸੀ। ਉਹ ਹਿੰਦੁਸਤਾਨ ਨੂੰ ਪੂਰੀ ਤਰ੍ਹਾਂ ਇਸਲਾਮੀ ਮੁਲਕ ਵੇਖਣਾ ਚਾਹੁੰਦੀ ਸੀ। ਸਿੱਖਾਂ ਦਾ ਇਹ ਨਵਾਂ ਉਸਾਰਿਆ ਰੂਹਾਨੀਅਤ ਦਾ ਸਰਵ ਸਾਂਝਾ ਕੇਂਦਰ ਤੇ ਇੱਕ ਮਹਾਨ ਧਾਰਮਿਕ ਗ੍ਰੰਥ ਉਸ ਲਈ ਇੱਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਇਸ ਮਾਨਵਵਾਦੀ ਸਾਂਝੀਵਾਲਤਾ, ਸਮਾਨਤਾਵਾਦੀ, ਮਨੁੱਖੀ ਬਰਾਬਰੀ ਦੇ ਸਿਧਾਂਤ ਵਾਲੇ ਜਾਤ-ਪਾਤ, ਛੂਤ-ਛਾਤ ਵਿਰੋਧੀ ਸਿਧਾਂਤ ਉੱਤੇ ਆਧਾਰਿਤ ਵਿਚਾਰਧਾਰਾ ਕਾਰਨ ਬ੍ਰਾਹਮਣਵਾਦੀ ਤਾਕਤਾਂ ਵੀ ਸਿੱਖਾਂ ਦੇ ਇਸ ਅਸਥਾਨ ਤੇ ਅਤੇ ਪਵਿੱਤਰ ਗ੍ਰੰਥ ਨੂੰ ਈਰਖਾ ਦੇ ਨਾਲ ਵੇਖਦੀਆਂ ਸਨ, ਕਿਉਂਕਿ ਇਹ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਦੇ ਮੰਦਰਾਂ ਵਰਗਾ ਨਹੀਂ ਸੀ। ਇੱਥੇ ਮੂਰਤੀ ਦੀ ਪੂਜਾ ਨਹੀਂ, ਸਗੋਂ ਸ਼ਬਦ ਗੁਰੂ ਦਾ ਪ੍ਰਕਾਸ਼ ਸੀ। ਇਸ ਪਵਿੱਤਰ ਗ੍ਰੰਥ ਦੇ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਖੰਡਨ ਕਰਕੇ ਲੋਕਾਂ ਨੂੰ ਸੱਚ ਦਾ ਰਾਹ ਵਿਖਾਇਆ ਗਿਆ ਸੀ। ਇਹ ਦੋਵੇਂ ਤਾਕਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਖਿਲਾਫ ਇਕੱਠੀਆਂ ਹੋ ਗਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਅਤੇ 1604 ਈਸਵੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਰਿਮੰਦਰ ਸਾਹਿਬ ਦੇ ਵਿੱਚ ਪਹਿਲੇ ਪ੍ਰਕਾਸ਼ ਤੋਂ ਬਾਅਦ 2 ਸਾਲ ਦੇ ਅੰਦਰ ਹੀ ਜਹਾਂਗੀਰ ਬਾਦਸ਼ਾਹ ਦੇ ਹੁਕਮ ਦੇ ਨਾਲ 1606 ਈਸਵੀ ਦੇ ਵਿੱਚ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਗੁਰੂ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸਲਾਮ ਮਤ ਅਨੁਸਾਰ ਤਬਦੀਲੀਆਂ ਕਰਨ ਲਈ ਕਿਹਾ ਗਿਆ ਸੀ। ਉਹਨਾਂ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਸੀ। ਗੁਰੂ ਜੀ ਨੇ ਤੱਤੀ ਤਵੀ ਤੇ ਬੈਠ ਕੇ ਭਾਣਾ ਮੰਨਦਿਆਂ ਸ਼ਹੀਦੀ ਦਿੱਤੀ, ਪਰ ਗੁਰਮਤ ਦੇ ਸਿਧਾਂਤ ਨੂੰ ਆਂਚ ਨਹੀਂ ਲੱਗਣ ਦਿੱਤੀ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਭਾਰਤ ਦੀ ਧਰਤੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲੀ ਸ਼ਹਾਦਤ ਦਿੱਤੀ। ਇਹ ਸ਼ਹਾਦਤ ਨਾ ਤਾਂ ਇਸਲਾਮ ਦੇ ਨਾਲ ਮੇਲ ਖਾਂਦੀ ਸੀ, ਨਾ ਹੀ ਈਸਾ ਮਸੀਹ ਦੀ ਸ਼ਹਾਦਤ ਦੇ ਨਾਲ ਮਿਲਦੀ ਸੀ। ਇਹ ਸ਼ਹਾਦਤ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਹੋਈ ਸੀ। ਉਹ ਹਰ ਮਨੁੱਖ ਨੂੰ ਰੱਬ ਦਾ ਰੂਪ ਸਮਝਦੇ ਸਨ। ਨਾ ਉਹਨਾਂ ਨੇ ਕਿਸੇ ਨੂੰ ਮੱਲੋ ਜੋਰੀ ਆਪਣੇ ਧਰਮ ਵਿੱਚ ਲਿਆਂਦਾ ਸੀ। ਉਹ ਤਾਂ ਮਨੁੱਖ ਨੂੰ ਜੀਵਨ ਦਾਨ ਦੇ ਕੇ ਉਸ ਨੂੰ ਹਰੀ ਦੇ ਮਿਲਣ ਦਾ ਰਾਹ ਦੱਸਦੇ ਸਨ। ਉਹਨਾਂ ਨੇ ਜੋ ਕੁਝ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਥਾਪਨਾ ਕਰਕੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਪਾਦਨ ਕਰਕੇ ਕੀਤਾ, ਉਹ ਸੰਦੇਸ਼ ਹੀ ਆਪਣੀ ਸ਼ਹਾਦਤ ਦੇ ਨਾਲ ਦਿੱਤਾ। ਉਹਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਬ੍ਰਹਮ ਗਿਆਨੀ ਜੀਵਨ ਮੁਕਤ, ਦੁੱਖ ਸੁੱਖ ਤੋਂ ਨਿਰਲੇਪ ਤੇ ਜਨਮ ਮਰਨ ਤੋਂ ਉੱਪਰ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੁਨਿਆਵੀ ਤਾਕਤਾਂ ਦੀ ਬੇਇਨਸਾਫੀ ਤੇ ਜ਼ੁਲਮ ਦਾ ਵਿਰੋਧ ਕਰਦਿਆਂ ਸ਼ਹੀਦੀ ਪਾਈ ਸੀ। ਇਸ ਤਰ੍ਹਾਂ ਉਹਨਾਂ ਨੇ ਧਰਮ, ਨਿਆਂ ਤੇ ਮਨੁੱਖੀ ਹੱਕਾਂ ਦੀ ਰਾਖੀ ਦੇ ਲਈ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ। ਸ਼ਹਾਦਤ ਦੁਨਿਆਵੀ ਪੱਧਰ ਦੇ ਸੰਘਰਸ਼ ਦਾ ਇੱਕ ਅੰਗ ਹੈ। ਮਨੁੱਖਾ ਜੀਵਨ ਜਨਮ ਤੋਂ ਲੈ ਕੇ ਮਰਨ ਤੱਕ ਇੱਕ ਸੰਘਰਸ਼ ਹੈ। ਇਹ ਮਨੁੱਖ ਦਾ ਪ੍ਰਾਲਬਧ ਹੈ। ਮਨੁੱਖ ਇਸ ਸੰਘਰਸ਼ ਤੋਂ ਬਚ ਨਹੀਂ ਸਕਦਾ। ਇਸ ਲਈ ਧਰਮ, ਨਿਆਂ ਦੇ ਪੱਖ ਤੇ ਕਾਇਮ ਰਹਿੰਦਿਆਂ ਜੂਝ ਮਰਨਾ ਸੱਚਿਆਰ ਮਨੁੱਖ ਦਾ ਹੱਕ ਹੈ। ਗੁਰਬਾਣੀ ਦੇ ਵਿੱਚ ਤੇ ਦਸਮ ਗ੍ਰੰਥ ਵਿੱਚ ਫਰਮਾਨ ਹੈ, ਮਰਨ
ਮੁਨਸਾ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਨੋ ਸੂਰੇ ਸਈ ਆਗੇ ਆਖੀਐ ਜੇ ਦਰਗਹਿ ਪਾਵੈ ਸਾਚੀ ਮਾਨੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 580। ਤੇ ਦਸਮ ਗ੍ਰੰਥ ਦੇ ਵਿੱਚ ਵੀ ਸਤਿਗੁਰੂ ਜੀ ਨੇ ਫਰਮਾਇਆ ਹੈ, ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋ ਉਚਰੋ ਜਬ ਆਵ ਕੀ ਆਵਦ ਨਿਧਾਨ ਬਨੇ ਅਤ ਹੀ ਰਨ ਮੈਂ ਤਬ ਜੂਝ ਮਰੋ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਤਮਕ ਅਤੇ ਸੰਸਾਰਕ ਸੰਘਰਸ਼ ਦੇ ਲਈ ਭਗਤੀ ਤੇ ਸ਼ਕਤੀ ਦੇ ਧਾਰਨੀ ਦੀ ਰਹਿਤ ਨਿਸ਼ਚਿਤ ਕੀਤੀ। ਖਾਲਸੇ ਦਾ ਨਿਸ਼ਾਨਾ ਅਕਾਲ ਪੁਰਖ ਦੀ ਪ੍ਰਾਪਤੀ ਹੈ। ਉਸਨੇ ਗ੍ਰਸਥ ਸੰਸਾਰ ਦੇ ਵਿੱਚ ਸਿੱਖੀ ਰਹਿਤ ਅਨੁਸਾਰ ਜੀਵਨ ਬਤੀਤ ਕਰਦਿਆਂ ਮਨ ਦੇ ਵਿਕਾਰਾਂ ਦੇ ਨਾਲ ਸੰਘਰਸ਼ ਕਰਕੇ ਆਤਮ ਰਸ ਦੀ ਪ੍ਰਾਪਤੀ ਕਰਨੀ ਹੈ। ਇਸ ਮਨ ਦੇ ਸੰਘਰਸ਼ ਦੇ ਵਿੱਚ ਦੁਨਿਆਵੀ ਸੰਘਰਸ਼ ਵੀ ਸਾਂਝਾ ਹੁੰਦਾ ਹੈ। ਇਸ ਨਾਲ ਆਤਮਾ ਨੂੰ ਸ਼ਾਂਤ ਸ਼ਕਤੀ ਤੇ ਮਨ ਨੂੰ ਹੋਰ ਦ੍ਰਿੜਤਾ ਮਿਲਦੀ ਹੈ। ਇਹ ਦੋ ਧਾਰਾ ਸੰਘਰਸ਼ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰੇ ਸਾਹਿਬਜ਼ਾਦੇ ਤੇ ਅਨੇਕਾਂ ਸੂਰਵੀਰ ਸਿੱਖ ਧਰਮ ਯੁੱਧਾਂ ਵਿੱਚ ਸ਼ਹੀਦੀਆਂ ਪਾ ਗਏ। ਗੁਰਸਿੱਖਾਂ ਲਈ ਇਹ ਆਦਰਸ਼ ਹੈ। ਧਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰੇ ਦੇ ਅਨਿਤ ਨਾ ਨਿਤ ਰਹੇ ਜਸ ਨਾਵ ਚੜ੍ਹੇ ਭਵ ਸਾਗਰ ਤਾਰੇ। ਸ੍ਰੀ ਦਸਮ ਗ੍ਰੰਥ ਗੁਰਸਿੱਖ ਗੁਰ ਉਪਦੇਸ਼ ਅਨੁਸਾਰ ਸ਼ਕਤੀ ਨੂੰ ਭਗਤੀ ਅਤੇ ਸ਼ਸਤਰ ਨੂੰ ਸ਼ਾਸਤਰ ਦੇ ਅਧੀਨ ਰੱਖਦਾ ਹੈ। ਉਸਨੇ ਦੁਨਿਆਵੀ ਸੰਘਰਸ਼ ਨੂੰ ਆਤਮਕ ਸਾਧਨਾ ਦਾ ਹੀ ਇੱਕ ਰੂਪ ਸਮਝਣਾ ਹੈ। ਜਿਹੜੇ ਲੋਕਾਂ ਨੇ ਮਨੁੱਖਾ ਜਨਮ ਨੂੰ ਸਫਲ ਕਰਨ ਦੇ ਲਈ ਗੁਰਸਿੱਖੀ ਧਾਰਨ ਨਹੀਂ ਕੀਤੀ, ਗੁਰੂ ਨੂੰ ਸੀਸ ਭੇਟ ਨਹੀਂ ਕੀਤਾ, ਜਿਨ੍ਹਾਂ ਦੇ ਜਨਮ ਦਾ ਮਨੋਰਥ ਗੁਰਮਤ ਅਨੁਸਾਰ ਜੀਵਨ ਪਦਵੀ ਪ੍ਰਾਪਤ ਕਰਨਾ ਨਹੀਂ ਹੈ, ਅਜਿਹੇ ਲੋਕਾਂ ਦਾ ਦੁਨਿਆਵੀ ਲਾਭ ਜਾਂ ਕਾਰਨਾਂ ਨੂੰ ਮੁੱਖ ਰੱਖ ਕੇ ਮਰ ਜਾਣਾ ਗੁਰਮਤ ਅਨੁਸਾਰ ਪ੍ਰਵਾਨ ਨਹੀਂ। ਅਜਿਹੇ ਵਿਅਕਤੀ ਗੁਰੂ ਦੇ ਭਾਣੇ ਵਿੱਚ ਜਾਂ ਅਕਾਲ ਪੁਰਖ ਦੇ ਹੁਕਮ ਵਿੱਚ ਸ਼ਹੀਦ ਨਹੀਂ ਹੁੰਦੇ। ਉਹ ਆਪਣੇ ਅਹੰਕਾਰ ਦੇ ਵਿੱਚ ਤੇ ਕ੍ਰੋਧ ਵਿੱਚ ਆ ਕੇ ਜੂਝਦੇ ਨੇ। ਇਸ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾ ਲੈਂਦੇ ਨੇ। ਇਸ ਦਾ ਉਹਨਾਂ ਨੂੰ ਕੋਈ ਆਤਮਿਕ ਲਾਭ ਨਹੀਂ ਹੁੰਦਾ। ਗੁਰਬਾਣੀ ਦਾ ਫਰਮਾਨ ਹੈ, ਸੂਰੇ ਇਹ ਨਾ ਆਖੀਐ ਅਹੰਕਾਰ ਮਰਹਿ ਦੁਖ ਪਾਵਹਿ ਅੰਧੇ ਆਪ ਨਾ ਪਛਾਣਨੀ ਦੂਜੇ ਪਚ ਜਾਵਹਿ ਅਤ ਕ੍ਰੋਧ ਸਿਉ ਲੂਝਦੇ ਅੱਗੇ ਪਿੱਛੇ ਦੁਖ ਪਾਵਹਿ ਹਰ ਜੀਉ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵਹਿ ਅਹੰਕਾਰ ਮੁਏ ਸੇ ਬਿਗੁਤੀ ਗਏ ਮਰ ਜਨਮਹਿ ਫਿਰ ਆਵਹਿ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 1087। ਗੁਰਮੁਖ ਆਪਣੇ ਕ੍ਰੋਧ ਦੇ ਵਿੱਚ ਆ ਕੇ ਆਪਣੇ ਅਹੰਕਾਰ ਦੇ ਵਿੱਚ ਆਪਣੀ ਇੱਛਾ ਦੇ ਨਾਲ ਸਰੀਰ ਦਾ ਤਿਆਗ ਨਹੀਂ ਕਰਦੇ। ਉਹ ਗੁਰੂ ਦੇ ਭਾਣੇ ਵਿੱਚ ਰਹਿੰਦਿਆਂ ਜ਼ੁਲਮ ਦੇ ਵਿਰੁੱਧ ਸੰਘਰਸ਼ ਕਰਦੇ ਰਹਿੰਦੇ ਨੇ। ਸ਼ਹੀਦੀ ਉਹਨਾਂ ਦੀ ਮੰਜ਼ਿਲ ਨਹੀਂ, ਉਹਨਾਂ ਦੀ ਪ੍ਰੀਖਿਆ ਹੁੰਦੀ ਹੈ। ਉਹਨਾਂ ਦਾ ਨਿਸ਼ਾਨਾ ਜੀਵਨ ਗਵਾਉਣਾ ਬਿਲਕੁਲ ਨਹੀਂ ਹੁੰਦਾ, ਸਗੋਂ ਜਨਮ ਸੰਪੂਰਨ ਤੇ ਜੀਵਨ ਪਦਵੀ ਹਾਸਲ ਕਰਨਾ ਹੁੰਦਾ ਹੈ। ਉਹ ਆਪਣੇ ਮੂਲ ਨੂੰ ਪਛਾਣਨਾ ਅਤੇ ਸੱਚ ਦੇ ਨਾਲ ਜੁੜ ਕੇ ਸਚਿਆਰ ਹੋਣਾ ਉਹਨਾਂ ਦਾ ਉਦੇਸ਼ ਹੁੰਦਾ ਹੈ। ਗੁਰਬਾਣੀ ਦੇ ਵਿੱਚ ਅਜਿਹੇ ਯੋਧਿਆਂ ਨੂੰ ਸੱਚੇ ਸੂਰਵੀਰ ਮੰਨਿਆ ਗਿਆ ਹੈ। ਗੁਰਮਤੀ ਸ਼ਬਦ ਸੂਰ ਹੈ, ਕਾਮ ਕ੍ਰੋਧ ਜਿਨੀ ਮਾਰਿਆ, ਸੱਚੇ ਅੰਦਰ ਮਹਿਲ ਸ਼ਬਦ ਸਵਾਰਿਆ। ਗੁਰਮਤ ਦੇ ਵਿੱਚ ਸ਼ਹੀਦੀ ਦਾ ਸੰਕਲਪ ਗੁਰਮਤ ਦੇ ਸਿਧਾਂਤ ਦੇ ਵਿੱਚ ਤੇ ਗੁਰਮੁਖ ਦੇ ਜੀਵਨ ਦੇ ਸੁਰਤ ਦੇ ਵਿੱਚ ਬੀਜ ਰੂਪ ਦੇ ਵਿੱਚ ਮੌਜੂਦ ਸੀ। ਗੁਰੂ ਸਾਹਿਬ ਆਪ ਮਹਾਂਵਾਲੀ ਸਰਣ ਕੇ ਦਾਤੇ ਤੇ ਬਚਨ ਕੇ ਸੂਰੇ ਸਨ। ਗੁਰੂ ਸਾਹਿਬਾਨ ਦੇ ਮਹਾਨ ਜੀਵਨ, ਉਹਨਾਂ ਦੀਆਂ ਮਹਾਨ ਕੁਰਬਾਨੀਆਂ ਤੇ ਕਹਿਣੀ ਤੇ ਕਰਨੀ ਨੇ ਅਨੇਕਾਂ ਸ਼ਹੀਦੀਆਂ ਪਾਉਣ ਵਾਲੇ ਮਰਜੀਵੜੇ ਪੰਜਾਬ ਦੀ ਧਰਤੀ ਦੇ ਉੱਤੇ ਪੈਦਾ ਕੀਤੇ। ਇਹਨਾਂ ਸਿੱਖਾਂ ਦੀ ਮਹਾਨਤਾ ਸਿੱਖੀ ਸਿਦਕ ਤੇ ਦ੍ਰਿੜਤਾ ਵਿੱਚ ਰਹਿ ਕੇ ਦਿੱਤੀਆਂ ਸ਼ਹੀਦੀਆਂ ਕਰਕੇ ਹੈ। ਸ਼ਹੀਦੀ ਗੁਰਮੁਖ ਜੀਵਨ ਦਾ ਇੱਕ ਸਹਿਜ ਸੁਭਾਅ ਅੰਗ ਹੈ, ਪਰਮਾਤਮਾ ਦੀ ਖੇਡ ਹੈ। ਸਿੱਖ ਹਉਮੈ ਦੇ ਵਿੱਚ ਸ਼ਹੀਦ ਨਹੀਂ ਹੁੰਦਾ, ਬਲਕਿ ਉਸ ਦੇ ਭਾਣੇ ਵਿੱਚ ਰਹਿੰਦਾ ਹੈ। ਭਾਈ ਗੁਰਦਾਸ ਜੀ ਆਪਣੀ ਤੀਜੀ ਵਾਰ ਦੀ 18ਵੀਂ ਪੌੜੀ ਦੇ ਵਿੱਚ ਇਉਂ ਸਪਸ਼ਟ ਕਰਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ।
ਸਿੱਖਾਂ ਦੀਆਂ ਸ਼ਹੀਦੀਆਂ ਨੇ ਹਿੰਦੁਸਤਾਨ ਦੀ ਤਕਦੀਰ ਬਦਲ ਦਿੱਤੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲੈਂਦੇ ਜਦ, ਤਕਦੀਰ ਬਦਲਦੀ ਕੌਮਾਂ ਦੀ। ਜਦ ਚਰਬੀ ਢਲੇ ਸ਼ਹੀਦਾਂ ਦੀ, ਰੂਹਾਂ ਵਿੱਚ ਚਾਨਣ ਹੋ ਜਾਵੇ। ਜਦ ਉਸਰੇ ਕੰਧ ਸ਼ਹੀਦਾਂ ਦੀ, ਡਿੱਗੀ ਹੋਈ ਕੌਮ ਖਲੋ ਜਾਵੇ। ਸਿੱਖ ਇਤਿਹਾਸ ਸ਼ਹੀਦੀਆਂ ਦੇ ਨਾਲ ਭਰਿਆ ਪਿਆ ਹੈ। ਜੇ ਸਾਰੀ ਦੁਨੀਆ ਦੇ ਇਤਿਹਾਸ ਨੂੰ ਵੀ ਇੱਕ ਪਾਸੇ ਰੱਖ ਲਈਏ ਤਾਂ ਵੀ ਸਿੱਖ ਸ਼ਹੀਦਾਂ ਦੀ ਗਿਣਤੀ ਦੇ ਬਰਾਬਰ ਸ਼ਹੀਦੀ ਦੀਆਂ ਮਿਸਾਲਾਂ ਨਹੀਂ ਮਿਲ ਸਕਦੀਆਂ। ਸਿੱਖ ਇਤਿਹਾਸ ਦੀ ਇਸ ਮਹਾਨਤਾ ਨੂੰ ਦੂਜੀਆਂ ਕੌਮਾਂ ਦੇ ਇਤਿਹਾਸਕਾਰਾਂ ਨੇ ਵੀ ਮੰਨਿਆ ਹੈ ਤੇ ਜੂਨ ਦਾ ਮਹੀਨਾ ਖਾਸ ਕਰਕੇ ਸ਼ਹੀਦੀਆਂ ਦਾ ਮਹੀਨਾ ਹੈ। ਇਸੇ ਹੀ ਮਹੀਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਉਸ ਦੇ ਨਾਲ ਹੋਰ ਅਨੇਕ ਯੋਧਿਆਂ ਨੇ ਵੀ ਸ਼ਹੀਦੀ ਦਿੱਤੀ ਸੀ ਤੇ ਇਹ ਜਿਹੜਾ ਹੈ ਸਾਨੂੰ ਆਪਣੇ ਜਿਹੜਾ ਹੈ ਸ਼ਹੀਦੀ ਇਤਿਹਾਸ ਦੇ ਉੱਤੇ ਮਾਣ ਹੈ ਤੇ ਹੋਣਾ ਵੀ ਚਾਹੀਦਾ ਹੈ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਜੋ ਤੋ ਪ੍ਰੇਮ ਖੇਲਣ ਕਾ ਚਾਉ, 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 ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ, ਜੋ ਤੋ ਪ੍ਰੇਮ ਖੇਲਣ ਕਾ ਚਾਉ, 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 ਸਿਰ ਧਰ ਕਲੀ ਗਲੀ ਮੇਰੀ ਆਓ, ਸਿਰ ਧਰ ਕਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨ ਕੀਜੈ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨ ਕੀਜੈ, ਸਿਰ ਦੀਜੈ ਕਾਨ ਨ ਕੀਜੈ, ਸਿਰ ਦੀਜੈ ਕਾਨ ਨ ਕੀਜੈ, ਜੋ ਤੋ ਪ੍ਰੇਮ ਖੇਲਣ ਕਾ ਚਾਉ, 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 ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ। ਗਗਨ ਗਮਾਮਾ ਬਾਜਿਓ, ਪਰਿਓ ਨਿਸ਼ਾਨ ਥਾਓ,
गगन दमामा बाजियो परियो निशान पाओ। खेत जो मांडयो सूरमा अब जूझन को दाओ। अब जूझन को दाओ। अब जूझन को दाओ। जो तो प्रेम खेलन का चाव। 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 सिर तार तली गली मेरी आओ। सिर तार तली गली मेरी आओ। सूरा सो पहचानिए जो लड़े दीन के हेत। सूरा सो पहचानिए जो लड़े दीन के हेत। पुरजा पुरजा कट मरे कबहू न साडे खेत। कबहू न साडे खेत। कबहू न साडे खेत। जो तो प्रेम खेलन का चाव। 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 सिर तार तली गली मेरी आओ। सिर तार तली गली मेरी आओ। पहला मरण कबूल जीवन की षड्यास। पहला मरण कबूल जीवन की षड्यास। हो सबना की रेणुका तो आओ हमारे पास। तो आओ हमारे पास। तो आओ हमारे पास। जो तो प्रेम खेलन का चाव।
97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਇਹ ਮੈਟਰ ਚੁਣਿਆ ਹੈ ਉਹ ਅੱਜ ਦੇ ਸ਼ਹੀਦਾਂ ਦੇ ਨਾਲ ਸੰਬੰਧਿਤ ਹੈ। 6 ਜੂਨ ਦੇ ਕੱਲੂ ਘਾਰੇ ਦੇ ਨਾਲ ਸੰਬੰਧਿਤ ਹੈ ਤੇ ਸਾਡਾ ਅਗਲਾ ਲੇਖ ਹੈ ਰਿਸ ਦੇ ਜ਼ਖਮ ਜੂਨ 84 ਦੇ। ਇਸ ਲੇਖ ਨੂੰ ਜਿਹੜਾ ਕਿ ਗੁਰਮਤਿ ਪ੍ਰਕਾਸ਼ ਦੇ ਵਿੱਚ ਜੂਨ 2016 ਦੇ ਵਿੱਚ ਛਪਿਆ ਸੀ, ਸ਼ਬਦ ਦਿੱਤੇ ਨੇ ਡਾਕਟਰ ਰੂਪ ਸਿੰਘ ਜੀ ਨੇ, ਜਿਹੜੇ ਕਿ ਉਸ ਸਮੇਂ ਸਕੱਤਰ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਤੇ ਉਹਨਾਂ ਦਾ ਜਿਹੜਾ ਲੇਖ ਹੈ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਡਾਕਟਰ ਰੂਪ ਸਿੰਘ ਜੀ ਲਿਖਦੇ ਨੇ ਕਿ ਜੂਨ 84 ਦੇ ਵਿੱਚ ਭਾਰਤ ਸਰਕਾਰ ਨੇ ਮਾਨਵਤਾ ਦੇ ਸਰਬ ਸਾਂਝੇ ਧਰਮ ਮੰਦਰ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੇ ਫੌਜੀ ਹਮਲਾ ਕਰਕੇ ਸਿੱਖ ਮਾਨਸਿਕਤਾ ਨੂੰ ਐਸੇ ਜ਼ਖਮ ਦਿੱਤੇ ਜਿਹੜੇ ਰਸਤੇ ਰਸਤੇ ਨਾਸੂਰ ਬਣ ਚੁੱਕੇ ਨੇ, ਜਿਨ੍ਹਾਂ ਨੂੰ ਸਵੇਰੇ ਸ਼ਾਮ ਸਰਬੱਤ ਦਾ ਭਲਾ ਮੰਗਣ ਵਾਲਾ ਗੁਰਸਿੱਖ ਕਦੇ ਨਹੀਂ ਭੁਲਾ ਸਕੇਗਾ। ਸੰਖੇਪ ਦੇ ਵਿੱਚ ਜੇ ਗੱਲ ਕਰੀਏ ਤਾਂ ਇਹ ਫੌਜੀ ਹਮਲਾ ਸੀ ਸ੍ਰੀ ਹਰਿਮੰਦਰ ਸਾਹਿਬ ਤੇ। ਫੌਜੀ ਹਮਲਾ ਕਿਸੇ ਦੂਸਰੇ ਦੇਸ਼ ਦੀ ਫੌਜ ਤੇ ਕੀਤਾ ਜਾਂਦਾ ਹੈ। ਦੁਸ਼ਮਣ ਦੇਸ਼ ਦੇ ਨਿਹੱਥੇ ਨਿਰਦੋਸ਼ ਨਾਗਰਿਕਾਂ ਦੇ ਉੱਤੇ ਵੀ ਨਹੀਂ ਕੀਤਾ ਜਾਂਦਾ, ਕਿਉਂਕਿ ਕੌਮਾਂਤਰੀ ਕਾਨੂੰਨਾਂ ਤਹਿਤ ਕਿਸੇ ਦੁਸ਼ਮਣ ਦੇਸ਼ ਤੇ ਹਮਲਾ ਕਰਨ ਦੇ ਵੀ ਕੁਝ ਕਾਨੂੰਨ ਹੁੰਦੇ ਨੇ, ਕੁਝ ਅਸੂਲ ਹੁੰਦੇ ਨੇ। ਪਰ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਸਮੇਂ ਕੇਵਲ ਇੱਕ ਹੀ ਕਾਨੂੰਨ ਸੀ, ਸਿੱਖਾਂ ਵਾਸਤੇ ਕੋਈ ਕਾਨੂੰਨ ਨਹੀਂ, ਇਹਨਾਂ ਨੂੰ ਸਬਕ ਸਿਖਾਉਣਾ ਹੈ। ਜੂਨ 84 'ਚ ਹਰਿਮੰਦਰ ਸਾਹਿਬ ਤੇ ਭਾਰਤੀ ਫੌਜ ਨੇ ਜੋ ਹਮਲਾ ਕੀਤਾ ਉਹ ਦੁਸ਼ਮਣ ਦੇਸ਼ ਤੇ ਦੁਸ਼ਮਣ ਦੇਸ਼ ਦੇ ਸੈਨਿਕਾਂ ਤੇ ਨਹੀਂ, ਸਗੋਂ ਆਪਣੇ ਹੀ ਦੇਸ਼ ਦੇ ਵਸਣ ਵਾਲੇ ਆਪਣੇ ਨਾਗਰਿਕਾਂ ਤੇ ਜਿਨ੍ਹਾਂ 'ਚ ਨਿਰਦੋਸ਼ ਹੀ ਨਿਰਦੋਸ਼ ਸਿੱਖ ਬੱਚੇ, ਬੁੱਢੇ, ਜਵਾਨ, ਮਰਦ, ਇਸਤਰੀ ਸ਼ਹੀਦ ਹੋਏ। ਹੈ ਕੋਈ ਐਸਾ ਕਾਨੂੰਨ, ਐਸੀ ਸਰਕਾਰ ਜਿਹੜੀ ਅਜਿਹਾ ਮਨਹੂਸ ਕਾਰਾ ਕਰਨ ਦੇ ਲਈ ਯਤਨਸ਼ੀਲ ਹੋਵੇ? ਦੂਸਰਾ, ਇਹ ਫੌਜੀ ਹਮਲਾ ਸ੍ਰੀ ਹਰਿਮੰਦਰ ਸਾਹਿਬ ਤੇ ਕੀਤਾ ਗਿਆ, ਜਿਸ ਨੂੰ ਬ੍ਰਹਿਮੰਡ 'ਚ ਮਾਨਵਤਾ ਦਾ ਸਰਬ ਸਾਂਝਾ ਧਰਮ ਮੰਦਰ ਹੋਣ ਦਾ ਸ਼ਰਫ ਅਤੇ ਮਾਣ ਸਤਿਕਾਰ ਹਾਸਲ ਹੈ। ਭਗਤ ਕਬੀਰ ਜੀ ਦਾ ਪਾਵਨ ਕਥਨ ਹੈ ਕਿ ਐਸਾ ਕੋਈ ਮਨੁੱਖ ਨਹੀਂ ਜੋ ਆਪਣੇ ਘਰ ਮੰਦਰ ਮਹਿਲ ਨੂੰ ਜਲਾ ਦੇਵੇ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਪਰ ਸਾਡੇ ਭਾਰਤ ਮਹਾਨ 'ਚ ਐਸੇ ਮਨਹੂਸ ਲੋਕ ਪੈਦਾ ਹੋ ਗਏ ਜਿਨ੍ਹਾਂ ਨੇ ਆਪਣਾ ਹੀ ਨਹੀਂ ਮਨੁੱਖਤਾ ਦੇ ਧਰਮ ਮੰਦਰ ਸ੍ਰੀ ਹਰਿਮੰਦਰ ਸਾਹਿਬ ਨੂੰ ਜਲਾ ਦੇਣ ਦੇ ਲਈ ਫੌਜੀ ਹਮਲਾ ਕਰਵਾ ਦਿੱਤਾ। ਕਿਹਾ ਜਾਂਦਾ ਹੈ ਕਿ ਇਹ ਫੌਜੀ ਹਮਲਾ ਖਤਰਨਾਕ ਅੱਤਵਾਦੀਆਂ ਨੂੰ ਕੱਢਣ ਵਾਸਤੇ ਕੀਤਾ ਗਿਆ। ਪਰ ਇਹ ਕਿਹੜੇ ਕਾਨੂੰਨ ਤਹਿਤ ਹਮਲਾ ਕਰਨ ਨੂੰ ਮਜਬੂਰ ਕੀਤਾ? ਕੁਝ ਖਤਰਨਾਕ ਅੱਤਵਾਦੀਆਂ ਨੂੰ ਸੁਰੱਖਿਅਤ ਬੇਗਾਨੇ ਦੇਸ਼ ਉਹਨਾਂ ਦੇ ਘਰ ਛੱਡਿਆ ਜਾਂਦਾ ਹੈ। ਤਾਜ ਹੋਟਲ ਮੁੰਬਈ, ਹਜ਼ਰਤ ਬਲ ਸ੍ਰੀਨਗਰ ਚੋਂ ਅੱਤਵਾਦੀ ਕੱਢਣ ਸਮੇਂ ਇਹਨਾਂ ਸਥਾਨਾਂ ਦੇ ਵਿਰਾਸਤੀ ਅਹਿਮੀਅਤ ਨੂੰ ਤਰਜੀਹ ਦਿੱਤੀ ਗਈ ਸੀ। ਕੀ ਹਰਿਮੰਦਰ ਸਾਹਿਬ ਵਿਸ਼ਵ ਵਿਰਾਸਤ ਦਾ ਹਿੱਸਾ ਨਹੀਂ ਸੀ? ਪਰ ਸਾਡੇ ਤੇ ਡਾਢੇ ਦਾ ਕਹਿੰਦੇ ਨੇ ਸੱਤੀ ਵੀਹੀਂ 100। ਤੀਸਰਾ, ਇਹ ਫੌਜੀ ਹਮਲਾ ਸ੍ਰੀ ਹਰਿਮੰਦਰ ਸਾਹਿਬ ਤੇ ਉਸ ਸਮੇਂ ਕੀਤਾ ਗਿਆ ਜਦੋਂ ਸਮੁੱਚੀ ਮਾਨਵਤਾ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ, ਜਿਨ੍ਹਾਂ ਨੇ ਮਨੁੱਖਤਾ ਨੂੰ ਸਰਬ ਸਾਂਝਾ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਰਬ ਸਾਂਝਾ ਧਰਮ ਮੰਦਰ ਸ੍ਰੀ ਹਰਿਮੰਦਰ ਸਾਹਿਬ ਦਿੱਤਾ। ਵਿਸ਼ਵ ਦੇ ਇਤਿਹਾਸ ਦੇ ਵਿੱਚ ਜੂਨ 1984 ਦਾ ਪਹਿਲਾ ਹਫ਼ਤਾ ਕਾਲੇ ਅੱਖਰਾਂ ਦੇ ਵਿੱਚ ਉਕਰਿਆ ਗਿਆ ਹੈ। ਇਹ ਉਹ ਦਿਨ ਸੀ ਜਦੋਂ ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਸ਼ਹੀਦਾਂ ਦੇ ਸਰਤਾਜ, ਪੰਜਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇਕੱਤਰ ਹੋ ਕੇ ਤਨ ਮਨ ਨੂੰ ਸੀਤਲ ਕਰ ਰਹੀਆਂ ਸਨ। ਉਸ ਸਮੇਂ ਜਾਬਰ ਸਰਕਾਰ ਦੇ ਫੌਜੀ ਹਮਲੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਾਂਤ ਚਿੱਤ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ ਨੂੰ ਟੈਂਕਾਂ ਦੇ ਗੋਲਿਆਂ, ਬੰਬਾਂ ਦਾ ਨਿਸ਼ਾਨਾ ਬਣਾਇਆ।
ਬਹੁਤ ਸਾਰੇ ਨਿਰਦੋਸ਼ ਸਿੱਖ ਸ਼ਹੀਦੀ ਜਾਮ ਪੀ ਗਏ, ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਖਖੜੀ ਹੋਈ ਇਮਾਰਤ ਦਰਸ਼ਨੀ ਡਿਉੜੀ ਵਿੱਚ ਹੋਏ ਮਗੋਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਦਾ ਗੋਲੀਆਂ ਦਾ ਨਿਸ਼ਾਨਾ ਬਣ ਜਾਣਾ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾੜਿਆ ਜਾਣਾ, ਜਿੱਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੱਥ ਲਿਖਤ ਪਾਵਨ ਸਰੂਪ ਅਗਨ ਭੇਟ ਹੋ ਗਏ, ਸਿੱਖ ਮਾਨਸਿਕਤਾ ਨੂੰ ਅਜਿਹਾ ਜ਼ਖਮੀ ਕੀਤਾ ਕਿ ਧਰਮੀ ਜੀਵੜਿਆਂ ਦਾ ਤਨ ਮਨ ਛਲਣੀ ਹੋ ਗਿਆ, ਜੋ 37 ਸਾਲ ਬੀਤ ਜਾਣ ਦੇ ਬਾਅਦ ਵੀ ਜ਼ਖਮੀ ਹਿਰਦੇ ਜਿਉਂ ਦੇ ਤਿਉਂ ਹੀ ਹਨ। ਇਹ ਜ਼ਖਮ ਹੀ ਅਜਿਹੇ ਹਨ ਜਿਨ੍ਹਾਂ ਦਾ ਪੂਰੀ ਤਰ੍ਹਾਂ ਠੀਕ ਹੋ ਜਾਣਾ ਤਾਂ ਅਸੰਭਵ ਹੈ। ਕੁਝ ਘਟਨਾਵਾਂ, ਕੁਝ ਸਾਕੇ ਹੀ ਅਜਿਹੇ ਵਾਪਰ ਜਾਂਦੇ ਨੇ ਜੋ ਆਪਣੀ ਅਮਿੱਟ ਛਾਪ ਲੋਕਾਂ ਦੇ ਹਿਰਦਿਆਂ ਉੱਪਰ ਸਦੀਵੀ ਕਾਲ ਦੇ ਲਈ ਲਗਾ ਜਾਂਦੇ ਨੇ। ਜੂਨ 1984 ਦੇ ਵਿੱਚ ਵੀ ਅਜਿਹਾ ਹੀ ਭਾਣਾ ਵਾਪਰਿਆ, ਜਿਸ ਦੀ ਆਸ ਦੁਸ਼ਮਣਾਂ ਪਾਸੋਂ ਵੀ ਨਹੀਂ ਕੀਤੀ ਜਾ ਸਕਦੀ, ਪਰ ਆਪਣਿਆਂ ਨੇ ਕਰ ਵਿਖਾਇਆ। ਇਤਿਹਾਸਕਾਰ ਇਹਨਾਂ ਅਤ ਦੁਖਦ ਕਾਲੇ ਦਿਨਾਂ ਦੀ ਤੁਲਨਾ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਪਹਿਲੇ ਵਾਪਰੇ ਘੱਲੂਘਾਰਿਆਂ ਦੇ ਨਾਲ ਕਰਦੇ ਹੋਏ ਇਸ ਨੂੰ ਤੀਜੇ ਘੱਲੂਘਾਰੇ ਦਾ ਨਾਮ ਦਿੰਦੇ ਨੇ। ਇਸ ਨੂੰ ਤੀਜੇ ਘੱਲੂਘਾਰੇ ਦਾ ਨਾਮ ਤਾਂ ਦਿੱਤਾ ਜਾ ਸਕਦਾ ਹੈ, ਪਰ ਅਸੀਂ ਦੇਖਣਾ ਹੈ ਕਿ ਪਹਿਲੇ ਵਾਪਰੇ ਦੋ ਘੱਲੂਘਾਰਿਆਂ ਤੋਂ ਇਹ ਕਿਵੇਂ ਵੱਖ ਹੈ। ਪਹਿਲਾ ਘੱਲੂਘਾਰਾ ਜੂਨ 1746 ਈਸਵੀ ਦੇ ਪਹਿਲੇ ਹਫ਼ਤੇ ਹੀ ਵਾਪਰਿਆ ਸੀ, ਜਦ 15,000 ਦੇ ਕਰੀਬ ਸਿੱਦਕੀ ਸਿੱਖ ਸਮੇਂ ਦੀ ਜਾਬਰ ਹਕੂਮਤ ਦਾ ਮੁਕਾਬਲਾ ਕਰਦੇ ਹੋਏ ਜਾਮੇ ਸ਼ਹੀਦ ਪੀ ਗਏ ਸਨ। ਇਹ ਕਹਿਰ ਉਸ ਸਮੇਂ ਦੇ ਹਾਕਮ ਜਈਆ ਖਾਨ ਦੇ ਇੱਕ ਹਿੰਦੂ ਅਹਿਲਕਾਰ ਲਖਪਤ ਰਾਏ ਨੇ ਕਮਾਇਆ, ਜਿਸ ਨੇ ਇਹ ਕਸਮ ਖਾਧੀ ਸੀ ਕਿ ਉਹ ਸਿੱਖ ਕੌਮ ਦਾ ਖੁਰਾ ਖੋਜ ਮਿਟਾ ਕੇ ਹੀ ਸਾਹ ਲਵੇਗਾ, ਪਰ ਵਿਚਾਰਾ ਆਪ ਹੀ ਮਿਟ ਗਿਆ। ਅੱਜ ਸਿੱਖ ਬ੍ਰਹਮੰਡੀ ਸ਼ਹਿਰੀ ਹਨ। ਦੂਜੀ ਵਾਰ ਫਿਰ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਦੇ ਲਈ ਅਹਿਮਦ ਸ਼ਾਹ ਅਬਦਾਲੀ ਨੇ 1762 ਈਸਵੀ ਦੇ ਵਿੱਚ ਮਲੇਰਕੋਟਲੇ ਦੇ ਨਜ਼ਦੀਕ ਕੋਪਰਹੀੜਾ ਦੇ ਲਾਗੇ 20,000 ਦੇ ਲਗਭਗ ਸਿੰਘਾਂ ਨੂੰ ਘੇਰੇ ਦੇ ਵਿੱਚ ਲੈ ਕੇ ਬੱਚਿਆਂ, ਬਜ਼ੁਰਗਾਂ ਤੇ ਨੌਜਵਾਨਾਂ ਦਾ ਕਤਲੇਆਮ ਕੀਤਾ। ਬਹੁਤ ਸਾਰੇ ਸਿੱਦਕੀ ਸਿੱਖ ਆਖਰੀ ਦਮ ਤੱਕ ਲੜਦੇ ਰਹੇ। ਇਸ ਘੱਲੂਘਾਰੇ ਦੇ ਵਿੱਚ ਸਿੱਖ ਕੌਮ ਦਾ ਜਾਨੀ ਨੁਕਸਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਅਬਦਾਲੀ ਲਾਹੌਰ ਵੱਲ ਵਾਪਸ ਜਾ ਰਿਹਾ ਸੀ ਤਾਂ ਉਸ ਦੇ ਲਸ਼ਕਰ ਦੇ ਨਾਲ 50 ਗੱਡੇ ਐਸੇ ਸਨ ਜਿਨ੍ਹਾਂ ਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਸਿਰ ਲੱਦੇ ਹੋਏ ਸਨ। ਇਸ ਘੱਲੂਘਾਰੇ ਦੇ ਵਿੱਚ ਪਹਿਲੇ ਘੱਲੂਘਾਰੇ ਨਾਲੋਂ ਜਾਨੀ ਤੇ ਮਾਲੀ ਨੁਕਸਾਨ ਜ਼ਿਆਦਾ ਹੋਇਆ ਸੀ, ਇਸ ਕਰਕੇ ਇਸ ਨੂੰ ਵੱਡੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ। ਜੂਨ 1984 ਦੇ ਪਹਿਲੇ ਹਫ਼ਤੇ ਸ਼ੁਰੂ ਹੋਇਆ ਘੱਲੂਘਾਰਾ ਪਹਿਲੇ ਘੱਲੂਘਾਰੇ ਵਾਂਗ ਜੂਨ ਦੇ ਪਹਿਲੇ ਹਫ਼ਤੇ ਹੀ ਸ਼ੁਰੂ ਹੋਇਆ ਤੇ ਇਸ ਦੇ ਵਿੱਚ ਵੀ ਪਹਿਲੇ ਤੇ ਦੂਜੇ ਘੱਲੂਘਾਰੇ ਵਾਂਗ ਸਿੱਖਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ। ਇਸ ਕਰਕੇ ਇਸ ਨੂੰ ਤੀਸਰੇ ਘੱਲੂਘਾਰੇ ਦਾ ਨਾਮ ਦਿੱਤਾ ਜਾ ਸਕਦਾ ਹੈ, ਪਰ ਪਹਿਲੇ ਘੱਲੂਘਾਰਿਆਂ ਤੇ ਇਸ ਘੱਲੂਘਾਰੇ ਦੇ ਵਿੱਚ ਸਮੇਂ, ਸਰਕਾਰ ਦੀ ਸਥਿਤੀ ਦਾ ਅੰਤਰ ਬਹੁਤ ਹੈ। ਪਹਿਲੇ ਘੱਲੂਘਾਰੇ ਦੁਸ਼ਮਣ ਵੱਲੋਂ ਸ਼ੁਰੂ ਕੀਤੇ ਗਏ, ਪਰ ਇਹ ਆਜ਼ਾਦ ਭਾਰਤ ਦੇ ਵਿੱਚ ਆਪਣਿਆਂ ਵੱਲੋਂ ਕੀਤਾ ਗਿਆ। ਦੂਜਾ ਜਾਨੀ ਮਾਲੀ ਨੁਕਸਾਨ ਦੇ ਨਾਲ ਇਸ ਘੱਲੂਘਾਰੇ ਦੇ ਵਿੱਚ ਜੋ ਇਤਿਹਾਸਕ ਵਿਰਸੇ ਤੇ ਵਿਰਾਸਤ ਦਾ ਨੁਕਸਾਨ ਆਪਣਿਆਂ ਨੇ ਕੀਤਾ, ਉਹ ਪਹਿਲੇ ਘੱਲੂਘਾਰਿਆਂ ਨੂੰ ਵੀ ਮਾਤ ਕਰ ਗਿਆ। ਇਹ ਘੱਲੂਘਾਰਾ ਪਹਿਲੇ ਵਾਪਰੇ ਘੱਲੂਘਾਰਿਆਂ ਨਾਲੋਂ ਭਿਆਨਕ ਤੇ ਮਾਰੂ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘ ਸਿੰਘ ਸਿੰਘਣੀਆਂ, ਬੱਚੇ ਬੱਚੀਆਂ ਸ਼ਹੀਦ ਹੋ ਗਏ। ਛੋਟੇ ਛੋਟੇ ਬੱਚਿਆਂ ਨੂੰ ਮਾਵਾਂ ਦੀਆਂ ਮਮਤਾ ਤੋਂ ਵਾਂਝਿਆ ਹੀ ਨਹੀਂ ਕੀਤਾ ਗਿਆ, ਸਗੋਂ ਜੀਂਦਿਆਂ ਜੀ ਚੀਰ ਦਿੱਤਾ, ਗੋਲੀਆਂ ਨਾਲ ਭੁੰਨ ਸੁੱਟਿਆ। ਸਰਾਵਾਂ ਦੇ ਵਿੱਚ ਆਰਾਮ ਕਰ ਰਹੇ ਯਾਤਰੂਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣਾ ਨਾਦਰਸ਼ਾਹੀ ਜ਼ੁਲਮਾਂ ਨੂੰ ਵੀ ਮਾਤ ਪਾ ਗਿਆ। ਜੂਨ 1984 ਤੋਂ ਸ਼ੁਰੂ ਹੋਏ ਘੱਲੂਘਾਰੇ ਦੇ ਵਿੱਚ ਬਹਾਦਰ ਸ਼ਾਹ ਬਾਦਸ਼ਾਹ ਦੇ ਉਸ ਹੁਕਮ ਦੀ ਪਾਲਣਾ ਹੁੰਦੀ ਜਾਪਦੀ ਹੈ, ਜਿਸ ਰਾਹੀਂ ਉਸ ਦਾ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਮੂਲੋਂ ਹੀ ਖਤਮ ਕਰਨ ਦਾ ਇਰਾਦਾ ਜ਼ਾਹਰ ਹੁੰਦਾ ਸੀ। ਨਾਨਕ ਪ੍ਰਸਤਾ ਰਾਹ ਹਰ ਜਾ ਕੇ ਬਿਆਬੰਦ ਵਾ ਕਾਤਲ।
ਤੀਸਰੇ ਘੱਲੂਘਾਰੇ ਦਾ ਆਰੰਭ ਕਾਲ ਵੀ ਉਸੇ ਸਮੇਂ ਹੀ ਸ਼ੁਰੂ ਹੋ ਗਿਆ ਸਮਝਿਆ ਜਾਣਾ ਚਾਹੀਦਾ ਹੈ, ਜਦ ਕੱਟੜ ਫਿਰਕਾ ਪ੍ਰਸਤ ਪਟੇਲ ਵਰਗਿਆਂ ਨੇ ਇਹ ਐਲਾਨ ਕੀਤਾ ਸੀ, ਆਜ਼ਾਦੀ ਤੋਂ ਬਾਅਦ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ, ਇਸ ਨੂੰ ਪੂਰੀ ਸਖਤੀ ਦੇ ਨਾਲ ਦਬਾ ਦਿੱਤਾ ਜਾਵੇ। ਭਾਰਤੀ ਹਾਕਮਾਂ ਦੀ ਇਹ ਬਦਕਿਸਮਤੀ ਹੀ ਸਮਝਣੀ ਚਾਹੀਦੀ ਹੈ ਕਿ ਇਹਨਾਂ ਕਦੇ ਵੀ ਪੂਰਵਵਰਤੀ ਤੇ ਆਧੁਨਿਕ ਇਤਿਹਾਸ ਨੂੰ ਪੜ੍ਹਨ ਦਾ ਕਸ਼ਟ ਨਹੀਂ ਕੀਤਾ। ਨਹੀਂ ਤਾਂ ਅਜਿਹੇ ਬੇਹੂਦਾ ਇਲਜ਼ਾਮ ਲਗਾਉਣੇ ਆਪਣੇ ਮੂੰਹ ਤੇ ਕਾਲਖ ਮਲਣ ਨਾਲੋਂ ਘੱਟ ਨਹੀਂ। ਸਿੱਖ ਜਿਹੜੇ ਸਦੀਆਂ ਤੋਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਲੜਦੇ ਆ ਰਹੇ ਨੇ, ਜਿਨ੍ਹਾਂ ਨੇ ਕਈ ਵਾਰੀ ਭਾਰਤੀ ਬਹੂ ਬੇਟੀਆਂ ਨੂੰ ਦੁਸ਼ਮਣਾਂ ਦੇ ਹੱਥੋਂ ਛੁਡਾਇਆ ਤੇ ਛਡਾਉਣ ਦੇ ਲਈ ਜਾਨਾਂ ਵਾਰੀਆਂ, ਜੇ ਇਹ ਜਰਾਇਮ ਪੇਸ਼ਾ ਲੋਕ ਨੇ ਤੇ ਫਿਰ ਉਹ ਦੇਸ਼ ਭਗਤ ਕੌਣ ਹਨ? ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਤੇ ਆਜ਼ਾਦੀ ਨੂੰ ਕਾਇਮ ਰੱਖਣ ਲਈ ਅਣਗਿਣਤ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਅਕਿਰਤ ਘਣ ਇਹ ਲੋਕ ਹਮੇਸ਼ਾ ਦੇਸ਼ ਭਗਤਾਂ ਦੇ ਵਿਰੁੱਧ ਹੀ ਸਾਜ਼ਿਸ਼ਾਂ ਰਚਦੇ ਰਹੇ। ਇਤਿਹਾਸ ਦੇ ਹਰ ਨਿਰਪੱਖ ਵਿਦਿਆਰਥੀ ਸਿੱਖਾਂ ਨੂੰ ਦੇਸ਼ ਭਗਤ ਹੀ ਕਹੇਗਾ, ਪਰ ਇਹ ਹਮੇਸ਼ਾ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ, ਦੇਸ਼ ਧਰੋਹੀ ਕਹਿ ਕੇ ਦੇਸ਼ ਦੀਆਂ ਵੰਡੀਆਂ ਪਾਉਣ ਤੇ ਤੁਲੇ ਰਹਿੰਦੇ ਨੇ। ਇਹ ਲੋਕ ਇਹ ਵੀ ਭੁੱਲ ਜਾਂਦੇ ਨੇ ਕਿ ਸਿੱਖ ਜਾਨ ਤਾਂ ਦੇ ਸਕਦੇ ਨੇ, ਪਰ ਆਪਣੇ ਧਾਰਮਿਕ ਸਥਾਨਾਂ ਦੀ ਬੇਹਰੁਮਤੀ ਨਹੀਂ ਸਹਾਰ ਸਕਦੇ। ਧਾਰਮਿਕ ਸਥਾਨਾਂ ਤੇ ਭਾਵੇਂ ਹਮਲਾ ਨਾਦਰ ਸ਼ਾਹ, ਅਬਦਾਲੀ ਜਾਂ ਮੱਸੇ ਰੰਗੜ ਨੇ ਕੀਤਾ, ਉਹਨਾਂ ਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਪਿਆ। ਗੱਲ ਕੀ, ਜਿਸ ਕਿਸੇ ਨੇ ਵੀ ਧਾਰਮਿਕ ਸਥਾਨਾਂ ਨੂੰ ਗਿਰਾਉਣ ਦਾ ਯਤਨ ਕੀਤਾ, ਉਹਨਾਂ ਨੇ ਆਪਣੀ ਕੁੱਲ ਹੀ ਨਾਸ਼ ਕਰਵਾ ਲਈ। ਇਹ ਤੀਜੇ ਘੱਲੂਘਾਰੇ ਦਾ ਹਿੱਸਾ ਹੀ ਨਵੰਬਰ 1984 ਦਾ ਵਾਪਰਿਆ ਸਿੱਖ ਕਤਲੇਆਮ ਹੈ, ਜਿਸ ਨੇ ਸਭ ਕੁਝ ਨੂੰ ਮਾਤ ਪਾ ਦਿੱਤਾ। ਆਜ਼ਾਦ ਭਾਰਤ ਦੇ ਵਿੱਚ ਆਜ਼ਾਦ ਨਾਗਰਿਕਾਂ ਦੇ ਚਿੱਟੇ ਦਿਨ ਕਤਲ ਹੋਏ, ਕਈਆਂ ਸਿੰਘਾਂ ਦੀਆਂ ਅੱਖਾਂ ਕੱਢੀਆਂ ਗਈਆਂ, ਕਈਆਂ ਦੇ ਟੋਟੇ ਕੀਤੇ ਗਏ, ਗਲਾਂ ਵਿੱਚ ਟਾਇਰ ਤੇ ਪੈਟਰੋਲ ਪਾ ਕੇ ਸਾੜੇ ਗਏ, ਪਰ ਕਿਸੇ ਇਨਸਾਫ ਪਸੰਦ ਭਾਰਤੀ ਨੇ ਹਾਂ ਦਾ ਨਾਅਰਾ ਵੀ ਨਾ ਮਾਰਿਆ। ਕੇਵਲ ਆਜ਼ਾਦ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਵੀ ਸਰਕਾਰੀ ਅੰਕੜਿਆਂ ਦੇ ਮੁਤਾਬਕ 3000 ਤੋਂ ਵੀ ਵਧੇਰੇ ਨਿਰਦੋਸ਼ ਸਿੱਖ ਮਾਰੇ ਗਏ ਨੇ। ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ। ਸ਼ਰਮ ਆਉਂਦੀ ਹੈ ਕਿ ਹਜ਼ਾਰਾਂ ਸਿੱਖ ਨਾਗਰਿਕਾਂ ਦੇ ਕਤਲ 3 ਦਿਨ ਦੇਸ਼ ਦੀ ਰਾਜਧਾਨੀ ਵਿੱਚ ਹੁੰਦੇ ਰਹੇ, ਪਰ ਕੋਈ ਵੀ ਕਾਤਲ ਗ੍ਰਿਫਤਾਰ ਨਾ ਕੀਤਾ ਗਿਆ ਤੇ ਸਜ਼ਾ ਨਾ ਦਿੱਤੀ ਗਈ। ਇਹ ਕਿਸ ਤਰ੍ਹਾਂ ਦਾ ਇਨਸਾਫ ਹੈ? ਕਿਉਂ ਭੁੱਲ ਜਾਣ ਸਿੱਖ 84 ਦੇ ਇਸ ਘੱਲੂਘਾਰੇ ਨੂੰ? ਇਸ ਦਾ ਕਿਸੇ ਪਾਸ ਕੋਈ ਜਵਾਬ ਨਹੀਂ। ਤੀਸਰੇ ਘੱਲੂਘਾਰੇ ਦੇ ਬਹੁਤ ਸਾਰੇ ਪਹਿਲੂ ਨੇ, ਜਿਨ੍ਹਾਂ ਨੂੰ ਵਿਸਥਾਰ ਦੇ ਵਿੱਚ ਬਿਆਨਣ ਤੋਂ ਕਲਮ ਇਜਾਜ਼ਤ ਨਹੀਂ ਦਿੰਦੀ, ਅਸਮਰੱਥ ਹੈ। ਇਹਨਾਂ ਕਾਲੇ ਦਿਨਾਂ ਦੀ ਕਹਾਣੀ ਨੂੰ ਹਜ਼ਾਰਾਂ ਯਤੀਮ ਹੋਏ ਬੱਚੇ, ਵਿਧਵਾਵਾਂ, ਬਦਨਸੀਬ ਮਾਪੇ, ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਸਮੇਂ ਪ੍ਰਕਾਸ਼ ਹੋਏ ਜ਼ਖਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ, ਸ੍ਰੀ ਹਰਿਮੰਦਰ ਸਾਹਿਬ ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ, ਸ੍ਰੀ ਅਕਾਲ ਤਖਤ ਸਾਹਿਬ, ਦਰਸ਼ਨੀ ਡਿਓੜੀ, ਸਿੱਖ ਰੈਫਰੈਂਸ ਲਾਇਬ੍ਰੇਰੀ, ਗੁਰੂ ਰਾਮਦਾਸ ਰਾਂ, ਤੇਜਾ ਸਿੰਘ ਸਮੁੰਦਰੀ ਹਾਲ ਦੀ ਸੜੀ ਹੋਈ ਇਮਾਰਤ ਘੱਲੂਘਾਰੇ ਦੀ ਮੂੰਹ ਬੋਲਦੀ ਤਸਵੀਰ ਨੂੰ ਅੱਜ ਤੱਕ ਵੀ ਪ੍ਰਗਟ ਕਰਦੇ ਨੇ। ਕਹਿ ਸੁਣ ਕੇ ਲਿਖ ਲੈਣਾ ਆਸਾਨ ਹੈ, ਪਰ ਅਜਿਹੇ ਰਿਸਦੇ ਜ਼ਖਮਾਂ ਦੇ ਨਸੂਰ ਨੂੰ ਨੰਗੇ ਪਿੰਡੇ ਤੇ ਹਟਾਉਣਾ ਬੜਾ ਮੁਸ਼ਕਲ ਹੈ। ਪਰ ਸਿੱਖਾਂ ਨੂੰ ਹਟਾਉਣਾ ਪਿਆ ਤੇ ਹਟਾ ਰਹੇ ਨੇ। ਅੱਤਵਾਦੀਆਂ ਦੇ ਨਾਂ ਤੇ ਝੂਠੇ ਪੁਲਿਸ ਮੁਕਾਬਲੇ, ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦੇ ਸੰਸਕਾਰ, ਜੂਨ ਤੇ ਨਵੰਬਰ 84 ਦੇ ਕੇਵਲ ਸਿੱਖਾਂ ਦੇ ਕਤਲੇਆਮ ਹੀ ਨਹੀਂ ਹੋਇਆ, ਸਗੋਂ ਸਿੱਖ ਵਿਰਸੇ, ਵਿਰਾਸਤ ਤੇ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਕਤਲ ਕਰਨ ਦਾ ਇਹ ਮਨਹੂਸ ਯਤਨ ਕੀਤਾ ਗਿਆ। ਐਮਰਜੈਂਸੀ ਤੇ ਮੋਰਚੇ ਸਮੇਂ ਸਿੱਖ ਇਸ ਦੇਸ਼ ਦੇ ਹੀਰੋ ਬਣ ਗਏ ਸਨ, ਜਿਨ੍ਹਾਂ ਨੂੰ ਸਬਕ ਸਿਖਾਉਣਾ ਤੇ ਹੀਰੋ ਤੋਂ ਜ਼ੀਰੋ ਕਰਨ ਵਾਸਤੇ ਹੀ ਜੂਨ 84 ਤੇ ਨਵੰਬਰ 84 ਦੇ ਸਿੱਖਾਂ ਦੇ ਕਤਲੇਆਮ ਕੀਤਾ ਗਿਆ। ਅਣਮਨੁੱਖੀ ਫੌਜੀ ਹਮਲੇ ਨੂੰ 37 ਸਾਲ ਬੀਤ ਗਏ ਨੇ ਤੇ
ਪਰ ਮੇਰੇ ਸਾਹਮਣੇ ਖੜੇ ਨੇ ਉਹ ਪਲ ਜਦ ਸਾਡੇ ਛੋਟੇ ਜਿਹੇ ਪਿੰਡ ਖਾਨੋਵਾਲ ਗੁਰਦਾਸਪੁਰ ਦੇ ਬਜ਼ੁਰਗ ਨੌਜਵਾਨ ਮਰਦ ਇਸਤਰੀਆਂ ਇਸ ਫੌਜੀ ਹਮਲੇ ਕਰਕੇ ਪੈਦਾ ਹੋਏ ਰੋਸ ਨੂੰ ਪ੍ਰਗਟ ਕਰਨ ਲਈ ਨਿਹੱਥੇ ਹੀ ਪੈਦਲ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ ਸਨ। ਕਿਸ ਨੇ ਪਹੁੰਚਣ ਦੇਣਾ ਸੀ ਉਹਨਾਂ ਨੂੰ ਉਸ ਮੁਕਾਮ ਤੇ, ਜਿਸ ਨੂੰ ਹਰ ਸਿੱਖ ਸਵੇਰੇ ਸ਼ਾਮ ਅਰਦਾਸ 'ਚ ਯਾਦ ਕਰਦਾ ਹੈ। ਪਰ ਭਾਵਨਾ, ਸਿਦਕ, ਭਰੋਸਾ ਤੇ ਵਿਸ਼ਵਾਸ ਨੂੰ ਪ੍ਰਗਟ ਕਰਦੇ ਹੋਏ ਉਹ ਪਲ ਜਿਨ੍ਹਾਂ ਦਾ ਕਤਲ ਹੋ ਰਿਹਾ ਸੀ, ਸਿੱਖ ਮਾਨਸਿਕਤਾ ਤੇ ਆਏ ਗਹਿਰੇ ਜ਼ਖਮ ਸਦੀਵੀ ਨਸੂਰ ਬਣ ਚੁੱਕੇ ਨੇ। ਇਹਨਾਂ ਜ਼ਖਮਾਂ ਦੇ ਦਾਗਾਂ ਅਤੇ ਹਮਦਰਦੀ ਦੀ ਮਹਿਲਮ ਤਾਂ ਲੱਗ ਸਕਦੀ ਹੈ ਜਿਹੜੀ ਲਗਾਈ ਨਹੀਂ ਜਾ ਰਹੀ। ਭਾਰਤੀ ਫੌਜ ਲਈ ਸ੍ਰੀ ਦਰਬਾਰ ਸਾਹਿਬ 'ਚ ਅੱਤਵਾਦੀ ਸਨ, ਪਰ ਸਿੱਖਾਂ ਵਾਸਤੇ ਜਿਨ੍ਹਾਂ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਅਜ਼ਮਤ ਤੇ ਸਿੱਖੀ ਸਿਦਕ ਭਰੋਸੇ ਨੂੰ ਕਾਇਮ ਰੱਖਿਆ, ਸ਼ਹਾਦਤ ਦਾ ਜਾਮ ਪੀਤਾ, ਉਹ ਸਾਡੇ ਸੱਤਵਾਦੀ ਸਨ। 37 ਸਾਲਾਂ ਬਾਅਦ ਹੀ ਨਹੀਂ ਸਗੋਂ ਸਦੀਆਂ ਤੱਕ ਉਹਨਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਦੇ ਰਹਾਂਗੇ, ਨਾਸੂਰੇ 84 ਨੂੰ ਯਾਦ ਕਰਕੇ। ਸੋ ਇਹ ਸੀ ਲੇਖ ਤੇ ਜਿਹੜਾ ਕਿ ਸਾਨੂੰ ਦੱਸਦਾ ਹੈ ਕਿ ਕਿਵੇਂ ਜਿਹੜੇ ਪਹਿਲੇ ਘੱਲੂਘਾਰੇ ਹੋਏ ਉਹਨਾਂ ਦਾ ਤੇ ਇਸ ਘੱਲੂਘਾਰੇ ਦਾ ਕਿੰਨਾ ਫਰਕ ਸੀ। ਉਹ ਘੱਲੂਘਾਰੇ ਪਹਿਲੇ ਸਨ ਜਿਹੜੇ ਬਗਾਨਿਆਂ ਕੀਤੇ, ਇਹ ਆਪਣਿਆਂ ਕੀਤੇ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। झूलर दीन के हेत, झूलर दीन के हेत। सूरसो पहचानिए सूरसो पहचानिए झूलर दीन के हेत, झूलर दीन के हेत, झूलर दीन के हेत, झूलर दीन के हेत, झूलर दीन के पुरजा कट मरै, पुरजा कट मरै, कबहू न छाड़ खेत। कबहू न छाड़ खेत, कबहू न छाड़ खेत, झूलर दीन के हेत, झूलर दीन के हेत, झूलर दीन के हेत, झूलर दीन के हेत। सूरसो पहचानिए, सूरसो पहचानिए, सूरसो पहचानिए, सूरसो पहचानिए, झूलर दीन के हेत, झूलर दीन के हेत, झूलर दीन के हेत, झूलर दीन के हेत, झूलर दीन के हेत। गगन तमाम बाजियो,
ਗਗਨ ਤਮਾਮਾ ਬਾਜਿਓ ਪਰਿਓ ਨਿਸ਼ਾਨ ਕਾਓ ਪਰਿਓ ਨਿਸ਼ਾਨ ਕਾਓ ਖੇਤ ਜੋ ਮਾਂਡਿਓ ਸੂਰਮਾ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ ਅਬ ਜੂਝਣ ਕੋ ਦਾਓ ਅਬ ਜੂਝਣ ਕੋ ਦਾਓ ਜੋ ਲਰ ਦੀਨ ਕੇ ਹੇਤ 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 हे रब हे ससुवे करणानंद मेरी अबै बिनती सुन लीजै मेरी अबै बिनती सुन लीजै और न मांगत हूँ तुम ते कछ चाहत हूँ चित में सोई कीजै चाहत हूँ चित में सोई कीजै सत्संग सु अत ही रणवीर जूझ मरो तो साठ पति जय जूझ मरो तो साठ पति जय संत सुहाय सदा जग माय कृपा कर श्याम यह बर दीजै कृपा कर श्याम यह बर दीजै पुरजा कट मरै पुरजा कट मरै कबहु न छाड़ खेत कबहु न छाड़ खेत देह शिवा बर मोह ऐ शुभ कर्मन ते कबहु न डरो शुभ कर्मन ते कबहु न डरो ना डरो अर सो जब जाए लरो निश्चय कर अपनी जीत करो निश्चय कर अपनी जीत करो और सिखो अपने ही मन को ए लालच गुण तो उतरो ए लालच गुण तो उतरो जब आव किया उदन दान बने अत ही रण में तब जूझ मरो अत ही रण में तब जूझ मरो पुरजा कट मरै पुरजा कट मरै कबहु न छाड़ खेत कबहु न छाड़ खेत अस्कर पान खंड खड़ग तुपक तबर अर तीर तुपक तबर अर तीर सैफ सरोही सठी जय हमारे पीर जय हमारे पीर तीर तू ही साथी तू ही तबर तरवार तू ही तबर तरवार नाम तिहारो जो जपे नाम तिहारो जो जपे पै सिंध भव पार पै सिंध भव पार काल तू ही काली तू ही काल तू ही काली तू ही देख हर तीर तू ही देख हर तीर तू ही निशानी जीत की तू ही निशानी जीत की आज तू ही जगबीर आज तू ही जगबीर पुरजा कट मरै पुरजा कट मरै कबहु न छाड़ खेत कबहु न छाड़ खेत कबहु न छाड़ खेत झोलर दीन के हेत झोलर दीन के हेत झोलर दीन के हेत झोलर दीन के हेत सूरसो पहचानिए सूरसो पहचानिए झोलर दीन के झोलर दीन के झोलर दीन के
ਹਾਂਜੀ, ਕੁੱਲ 10 ਕੁ ਮਿੰਟ ਹੀ ਬਾਕੀ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿਤਨੇ ਵੀ ਅੰਸ਼ ਹੋ ਸਕੇ ਇਸ ਅਗਲੇ ਲੇਖ ਦੇ ਵਿੱਚੋਂ ਆਪ ਜੀ ਦੇ ਨਾਲ ਸਾਂਝੇ ਕੀਤੇ ਜਾ ਸਕਣ, ਕਿਉਂਕਿ ਇਹ ਜਿਹੜਾ ਹੈ ਲੇਖ ਗਿਆਨੀ ਮੋਹਨ ਸਿੰਘ ਜੀ, ਜਿਹੜੇ ਕਿ ਸਾਬਕਾ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੇ, ਉਹਨਾਂ ਵੱਲੋਂ ਲਿਖਿਆ ਗਿਆ ਹੈ। ਕਿਉਂਕਿ ਉਹਨਾਂ ਨੇ ਜਿਹੜਾ ਇਹ ਸਭ ਕੁਝ ਜੋ ਕੁਝ ਲਿਖਿਆ ਹੈ ਉਹ ਗਵਾਹ ਨੇ ਉਸ ਸਮੇਂ ਦੇ, ਕਿਉਂਕਿ ਜਦੋਂ ਇਹ ਹਮਲਾ ਹੋਇਆ, ਫੌਜੀ ਹਮਲਾ ਜੂਨ 1984, ਰਸਦਾ ਨਸੂਰ, ਇਹਨਾਂ ਨੇ ਇਹ ਜਿਹੜਾ ਹੈ ਸ਼ੀਰਸ਼ਕ ਦਿੱਤਾ ਹੈ ਇਸ ਲੇਖ ਨੂੰ, ਜਿਹੜਾ ਕਿ ਗੁਰਮਤ ਪ੍ਰਕਾਸ਼ ਦੇ ਜੂਨ 2020 ਦੇ ਅੰਕ ਦੇ ਵਿੱਚ ਪਿਛਲੇ ਸਾਲ ਛਪਿਆ ਸੀ। ਤੇ ਉਹਨਾਂ ਦੇ ਸ਼ਬਦ ਨੇ ਕਿ ਸਿੱਖ ਕੌਮ ਨੂੰ ਹੋਂਦ ਵਿੱਚ ਆਉਂਦਿਆਂ ਹੀ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਸ੍ਰੀ ਅੰਮ੍ਰਿਤਸਰ ਵਿਖੇ ਸਯੋਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੋ ਕਿ ਸਿੱਖਾਂ ਲਈ ਰੂਹਾਨੀ ਮੁਜੱਸਮਾ ਹੈ, ਜਿੱਥੋਂ ਦੇ ਪਵਿੱਤਰ ਅੰਮ੍ਰਿਤ ਸਰੋਵਰ ਦੀ ਇੱਕ ਟੁੱਬੀ ਲਾਉਣ ਦੇ ਨਾਲ ਹਰ ਆਉਣ ਵਾਲੇ ਸ਼ਰਧਾਲੂ ਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ ਅਤੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਜੀਵ ਨੂੰ ਆਪਣੇ ਅੰਦਰ ਵਸ ਰਿਹਾ ਪਰਮੇਸ਼ਰ ਦਾ ਗਿਆਨ ਹੋ ਜਾਂਦਾ ਹੈ ਤੇ ਉਹ ਸਮਝ ਲੈਂਦਾ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਤਾਨ। ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅੰਮ੍ਰਿਤ ਸਰੋਵਰ ਆਮ ਜੀਵਾਂ ਦੇ ਲਈ ਆਤਮਿਕ ਤ੍ਰਿਪਤੀ ਦਾ ਕੇਂਦਰ ਬਿੰਦੂ ਹੈ, ਉੱਥੇ ਵਿਦੇਸ਼ੀ ਹਮਲਾਵਰਾਂ ਦੇ ਲਈ ਇਸ ਸੋਮੇ ਨੂੰ ਖਤਮ ਕਰਨ ਦਾ ਸਦਾ ਯਤਨ ਹੁੰਦਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਜੋ ਵੀ ਹਮਲਾਵਰ ਸਿੱਖੀ ਤੇ ਸਿੱਖਾਂ ਦੇ ਇਸ ਪਵਿੱਤਰ ਅਸਥਾਨ ਦੇ ਦੁਸ਼ਮਣ ਬਣ ਕੇ ਆਏ, ਇਸ ਦੀ ਬੇਅਦਬੀ ਕਰਨ ਤੇ ਢਾਉਣ ਦੇ ਯਤਨ ਕਰਦੇ, ਉਹ ਸਿੱਖਾਂ ਹੱਥੋਂ ਮਾਰੇ ਗਏ। ਸੁਲਭੀ ਖਾਂ, ਜ਼ਕਰੀਆ ਖਾਂ, ਨਾਦਰ ਸ਼ਾਹ, ਮੀਰ ਮਨੂੰ, ਅਹਿਮਦ ਸ਼ਾਹ, ਮੱਸੇ ਰੰਗੜ ਵਰਗੇ ਅਨੇਕਾਂ ਸ਼ਾਸਕ ਤੇ ਅਹਿਲਕਾਰਾਂ ਨੇ ਸਿੱਖੀ ਦਾ ਖੁਰਾ ਖੋਜ ਮਿਟਾਉਣ ਦੀ ਅਣਥੱਕ ਕੋਸ਼ਿਸ਼ ਕੀਤੀ, ਪਰ ਉਹ ਜਾਂ ਤਾਂ ਮਾਰੇ ਗਏ ਜਾਂ ਮੂੰਹ ਦੀ ਖਾ ਕੇ ਵਾਪਸ ਗਏ। ਜਿਸ ਤਰ੍ਹਾਂ ਉਹਨਾਂ ਜਰਵਾਣਿਆਂ ਨੂੰ ਸਿੱਖਾਂ ਦਾ ਨਿਰਲੇਪ ਭਾਵ ਵਿੱਚ ਰਹਿਣਾ, ਕਿਸੇ ਦਾ ਬੁਰਾ ਨਾ ਕਰਨਾ, ਝੂਠ ਨਾ ਬੋਲਣਾ, ਸਭ ਦਾ ਭਲਾ ਕਰਨਾ ਆਦਿ ਗੁਣ ਪਸੰਦ ਨਹੀਂ ਸਨ, ਉਸੇ ਤਰ੍ਹਾਂ ਆਜ਼ਾਦ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਸਿੱਖਾਂ ਦਾ, ਸਿੱਖ ਪੰਥ ਦੀ ਚੜ੍ਹਦੀ ਕਲਾ ਤੇ ਪੰਜਾਬ ਦੀ ਆਰਥਿਕ ਹਾਲਤ ਨੂੰ ਵਧੀਆ ਬਣਾਉਣ ਤੇ ਮਾੜੇ ਤੇ ਗਰੀਬ ਲੋਕਾਂ ਨੂੰ ਤਾਂ ਚੁੱਕਣ ਲਈ ਲਾਇਆ ਧਰਮ ਯੁੱਧ ਮੋਰਚਾ, ਜੋ ਵੱਖ-ਵੱਖ ਸਿੱਖ ਜਥੇਬੰਦੀਆਂ ਤੇ ਪੰਜਾਬ ਦੇ ਲੋਕਾਂ ਵੱਲੋਂ ਲਾਇਆ ਗਿਆ ਸੀ, ਹਜਮ ਨਾ ਹੋਇਆ। ਉਹਨਾਂ ਨੇ ਸਿੱਖਾਂ ਨੂੰ ਡਰਾਉਣ, ਧਮਕਾਉਣ ਤੇ ਵੱਖਵਾਦੀ ਪ੍ਰਚਾਰ ਕਰਕੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਦੇ ਬੀਜ ਬੀਜਣੇ ਸ਼ੁਰੂ ਕਰ ਦਿੱਤੇ ਤੇ ਅੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਆਜ਼ਾਦ ਭਾਰਤ ਦੇ ਹੁਕਮਰਾਨ ਸਰਕਾਰ ਨੇ ਜੂਨ 1984 ਦੇ ਵਿੱਚ ਬਹੁਤ ਭਾਰੀ ਤੋਪਖਾਨਾ, ਜਿਸ ਦੇ ਵਿੱਚ 25 ਪਾਉਂਡਰ ਤੋਪਾਂ, ਹੋਵਿਟਜ਼ ਗੰਨਾਂ, ਮਾਰਟਰ ਗੰਨਾਂ, 37 ਹਾਵਲ ਗੰਨਾਂ, ਬਸਤਰਬੰਦ ਗੱਡੀਆਂ ਦੇ ਨਾਲ ਪੋਲੈਂਡ ਦੀਆਂ ਬਣੀਆਂ 8 ਪਹੀਆਂ ਓਠੀ 64 ਬਖਤਰਬੰਦ ਗੱਡੀਆਂ, ਹੈਲੀਕਾਪਟਰ, 105 mm ਦੀਆਂ ਭਾਰੀ ਤੋਪਾਂ ਦੇ ਨਾਲ ਬੀੜੇ ਹੋਏ 38 ਟਨ ਦੇ ਵਿਜੰਤਾ ਨਾਮੀ ਟੈਂਕਾਂ ਦੇ ਨਾਲ ਹਮਲਾ ਕਰਕੇ ਸਿੱਖਾਂ ਤੇ ਹੁੰਦੇ ਹੋਏ ਜ਼ੁਲਮਾਂ ਦੀ ਕਿਤਾਬ ਦੇ ਵਿੱਚ ਇੱਕ ਹੋਰ ਕਾਲਾ ਪੰਨਾ ਲਿਖ ਦਿੱਤਾ, ਜਿਸ ਦਾ ਨਾਂ ਆਪਰੇਸ਼ਨ ਨੀਲਾ ਤਾਰਾ ਰੱਖਿਆ। ਉਹ ਸਿੱਖ ਕਦੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸ਼ਹੀਦੀਆਂ ਪਾਉਂਦੇ ਰਹੇ। ਦੇਸ਼ ਖਾਤਰ ਸਾਰਾਗੜ੍ਹੀ ਦੀ ਚੌਂਕੀ ਦੇ ਵਿੱਚ 12 ਸਤੰਬਰ 1897 ਨੂੰ 36 ਸਿੱਖ ਰੈਜੀਮੈਂਟ, ਅੱਜ ਕੱਲ੍ਹ ਜਿਸ ਨੂੰ ਕਿ 4 ਸਿੱਖ ਰੈਜੀਮੈਂਟ ਕਿਹਾ ਜਾਂਦਾ ਹੈ, ਦੇ 22 ਜਵਾਨ ਸ਼ਹਾਦਤ ਦੇ ਜਾਮ ਪੀ ਗਏ। ਉਹੀ ਸਿੱਖ ਆਪਣੇ ਹੀ ਦੇਸ਼ ਦੇ ਵਿੱਚ ਬੇਗਾਨੇ ਹੋ ਗਏ। ਦੁਨੀਆ ਦੇ ਇਤਿਹਾਸ ਦੇ ਵਿੱਚ ਅਜਿਹੀ ਘਟਨਾ ਨਾ ਕਿਸੇ ਨੇ ਵੇਖੀ ਹੋਵੇਗੀ, ਨਾ ਸੁਣੀ ਹੋਵੇਗੀ ਕਿ ਆਪਣੇ ਹੀ ਦੇਸ਼ ਦੀ ਫੌਜ ਆਪਣੇ ਹੀ ਲੋਕਾਂ ਤੇ ਚੜ੍ਹਾਈ ਕਰਕੇ ਬੇਗਨਾਹ ਲੋਕਾਂ ਨੂੰ ਮਾਰ ਦੇਵੇ। ਤੇ ਇੱਥੇ ਲੇਖਕ ਲਿਖਦੇ ਨੇ, ਕਹਿੰਦੇ ਨੇ ਕਿ ਦਾਸ ਵੀ 1984 ਦੇ ਫੌਜੀ ਹਮਲੇ ਦਾ ਚਸ਼ਮਦੀਨ ਗਵਾਹ ਹੈ, ਜਿਸ ਨੇ ਇਹ ਭਾਣਾ ਵਰਤਦਿਆਂ ਅੱਖੀਂ ਡਿੱਠਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਬਤੌਰ ਗ੍ਰੰਥੀ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੇਵਾ ਨਿਭਾ ਰਿਹਾ ਹੋਣ ਕਰਕੇ
ਦਾਸ ਨੂੰ ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਕਮਰਾ ਨੰਬਰ 87 ਵਿੱਚ ਰਿਹਾਇਸ਼ ਮਿਲੀ ਹੋਈ ਸੀ, ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਦੂਸਰੀ ਮੰਜ਼ਲ ਤੇ ਹੈ। 1 ਜੂਨ ਦੀ ਸਵੇਰ ਦੀ ਸੇਵਾ ਨਿਭਾਉਣ ਉਪਰੰਤ ਮੈਂ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਿਹਾ ਸੀ ਕਿ ਅਚਾਨਕ 12:30 ਵਜੇ ਦੇ ਕਰੀਬ ਗੋਲੀ ਚੱਲਣ ਦੀ ਆਵਾਜ਼ ਨੇ ਮੈਨੂੰ ਜਗਾ ਦਿੱਤਾ। ਕਮਰੇ ਦੇ ਬਾਹਰ ਜਾ ਕੇ ਵੇਖਣ ਤੇ ਪਤਾ ਲੱਗਾ ਕਿ ਨੀਮ ਫੌਜੀ ਦਲਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਗੋਲੀਆਂ ਬਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਚਾਰੇ ਪਾਸੇ ਅਫਰਾ ਤਫਰੀ ਵਾਲਾ ਮਾਹੌਲ ਬਣਿਆ ਹੋਇਆ ਸੀ। ਰੁਕ ਰੁਕ ਕੇ ਗੋਲਾਬਾਰੀ ਹੁੰਦੀ ਰਹੀ। ਸੋ ਲੇਖ ਤਾਂ ਕਾਫੀ ਲੰਮਾ ਹੈ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਅਸੀਂ ਇੱਥੇ ਹੀ ਆਪ ਤੋਂ ਵਿਦਾਇਗੀ ਲੈ ਲੈਣੀ ਹੈ ਤੇ ਕਦੀ ਫੇਰ ਸਮਾਂ ਬਣਿਆ ਤੇ ਇਹ ਲੇਖ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਾਂਗੇ, ਕਿਉਂਕਿ ਜਿਹੜਾ ਲੇਖਕ ਹੈ ਉਸ ਸਮੇਂ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਸੀ ਤੇ ਉਸਨੇ ਆਪਣੇ ਅੱਖੀਂ ਸਭ ਕੁਝ ਦੇਖਿਆ ਤੇ ਇੱਥੇ ਹੀ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਅਸੀਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫੇਰ ਸਮੂਹ ਸ਼ਹੀਦਾਂ ਨੂੰ ਸਾਡੇ ਵੱਲੋਂ ਨਮਸਕਾਰ ਹੈ, ਸਾਡੇ ਵੱਲੋਂ ਬਹੁਤ ਬਹੁਤ ਜਿਹੜੀ ਹੀ ਸ਼ਰਧਾ ਦੇ ਨਾਲ ਸੀ ਸਾਡਾ ਸਿਰ ਝੁਕਦਾ ਹੈ, ਜਿਨ੍ਹਾਂ ਨੇ ਉਸ ਮੌਕੇ ਸ਼ਹੀਦੀਆਂ ਦਿੱਤੀਆਂ ਤੇ ਸਿੱਖੀ ਨੂੰ ਜੀਂਦੀ ਜਾਗਦੀ ਰੱਖਿਆ। ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ। ਇਸ ਅਗਲੇ ਸ਼ਬਦ ਤੋਂ ਦੂਜੇ ਪਾਰ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। बोले सो निहाल देह शिवा वर मोहे शुभ कर मन ते कब हो न टरो शुभ कर मन ते कब हो न टरो, शुभ कर मन ते कब हो न टरो, न डरो और सो जब जाए लरो, निश्चय कर अपनी जीत करो, निश्चय कर अपनी जीत करो। देह शिवा बर मोहे, देह शिवा बर मोहे, अर सिखूं अपने ही मन को एहलाल छाऊं गुण तो उचरूं, जब आपकी औध निधान बने अधीरण में तब झूझ मरो, अधीरण में तब झूझ मरो, अधीरण में तब झूझ मरो। बोले सो निहाल देह शिवा पर मोहे शुभ कर मन दे कब हो न करो, शुभ कर मन दे कब हो न डरो और सो जब जाए लरो, निश्चय कर अपनी जीत करो। देह शिवा बर मोहे, देह